ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਇੱਕ ਕੁੜੀ ਦੀ ਕਹਾਣੀ ਹੈ ਮਰੀਚਕਾ। ਮਰੀਚਕਾ ਨੂੰ ਮਰੀ ਨੂੰ ਤਾਂ 6 ਮਹੀਨੇ ਹੋ ਗਏ ਨੇ। ਉਹਦੀ ਮਾਂ ਨੇ ਰੋ ਕੇ ਦੱਸਿਆ। ਸ਼ਿਵ ਦੇ ਚਿਹਰੇ ਤੇ ਕਿਸੇ ਹੈਰਾਨਗੀ, ਕਿਸੇ ਦੁੱਖ ਦੇ ਭਾਵ ਨਾ ਉਗੜੇ। ਉਹਨੇ ਕੋਈ ਰਸਮੀ ਹਮਦਰਦੀ ਵੀ ਪ੍ਰਗਟ ਨਾ ਕੀਤੀ। ਮਰੀਚਕਾ ਨੇ ਅਖੀਰ ਵੇਲੇ ਵੀ ਤੁਹਾਨੂੰ ਯਾਦ ਕੀਤਾ ਸੀ। ਮਾਂ ਨੇ ਉਤਸੁਕਤਾ ਨਾਲ ਗੱਲ ਕੀਤੀ। ਉਹ ਫਿਰ ਵੀ ਚੁੱਪ ਰਿਹਾ। ਅਸਲ 'ਚ ਉਹ ਕਹਿਣਾ ਚਾਹੁੰਦਾ ਸੀ, ਤੁਸੀਂ ਕਿਉਂ ਦੁਖੀ ਹੁੰਦੇ ਹੋ? ਉਹ ਹੈ ਹੀ ਇੱਥੇ ਕਦੋਂ ਸੀ? ਪਰ ਮਾਂ ਇਹ ਨਹੀਂ ਸੀ ਜਾਣਦੀ ਕਿ ਇੰਨੇ ਵਾਰੀ ਉਹਦੀ ਮਰੀ ਹੋਈ ਧੀ ਦਾ ਜਿਉਂਦਾ ਜਿਸਮ ਹੀ ਉਹਦੇ ਸਾਹਮਣੇ ਸੀ। ਪਿਛਲੇ ਸਾਲ ਵਾਲੀ ਮਰੀਚਕਾ ਆਪਣੀਆਂ ਸਾਰੀਆਂ ਪੁੱਛਾਂ ਸਮੇਤ ਸ਼ਿਵ ਦੀ ਯਾਦ ਵਿੱਚੋਂ ਲੰਘੀ। ਬੱਚਿਆਂ ਵਰਗੇ ਪਿਆਰੇ ਮੂੰਹ ਵਾਲੀ, ਧੁਰ ਅੰਤਰ-ਆਤਮਾ ਤੱਕ ਲੈ ਜਾਣ ਵਾਲੀਆਂ ਅੱਖਾਂ ਵਾਲੀ ਇਹੋ ਜਿਹੀਆਂ ਅੱਖਾਂ ਕਿਸੇ ਅਗਨੀ ਪ੍ਰੀਖਿਆ 'ਚੋਂ ਲੰਘਣ ਪਿੱਛੋਂ ਹੀ ਹੋ ਸਕਦੀਆਂ ਹਨ। ਵੱਡੀਆਂ ਵੱਡੀਆਂ, ਕੁਝ ਖਾਮੋਸ਼, ਕੁਝ ਗੰਭੀਰ, ਕੁਝ ਕਠੋਰ, ਜਿਵੇਂ ਸਾਰੀ ਦੁਨੀਆ ਵੱਲ ਵਿਅੰਗਮਈ ਮੁਸਕਰਾਹਟ ਨਾਲ ਤੱਕ ਰਹੀਆਂ ਹਨ। ਕਿਵੇਂ ਅਚਾਨਕ ਇੱਕ ਦਿਨ ਉਹਦੇ ਕਮਰੇ 'ਚ ਆ ਗਈ, ਜਿਵੇਂ ਚਿਰਾਂ ਦੀ ਜਾਣੂ ਹੋਵੇ। ਸੁਣਿਆ ਹੈ ਤੁਸੀਂ ਲੇਖਕ ਹੋ, ਕੀ ਨਾਂ ਹੈ ਤੁਹਾਡਾ? ਉਹ ਇਉਂ ਪੁੱਛ ਰਹੀ ਸੀ ਜਿਵੇਂ ਕਿਸੇ ਉਸਤਾਨੀ ਨੂੰ ਅਚਾਨਕ ਸਕੂਲੋਂ ਭੱਜਿਆ ਬੱਚਾ ਟੱਕਰ ਗਿਆ ਹੋਵੇ। ਮੇਰਾ ਨਾਂ? ਇਹਦੇ ਨਾਲ ਕੀ ਫਰਕ ਪੈਂਦਾ ਹੈ? ਸ਼ਾਮ, ਸੁੰਦਰ, ਸ਼ਿਵ, ਸਲੀਮ, ਕੁਝ ਵੀ ਹੋ ਸਕਦਾ ਹੈ। ਤੁਹਾਡਾ ਘਰ ਕਿੱਥੇ ਹੈ? ਮੇਰੇ ਮਨ ਵਿੱਚ। ਇਹ ਜਵਾਬ ਸੁਣ ਉਹਨੇ ਸ਼ਿਵ ਵੱਲ ਗੌਰ ਨਾਲ ਦੇਖਿਆ। ਬੀਵੀ, ਬੱਚੇ? ਇਸ ਰਾਹ ਤੇ ਤੁਰਨ ਜੋਗਾ ਤਕੜਾ ਮੈਂ ਕਦੇ ਆਪਣੇ ਆਪ ਨੂੰ ਸਮਝਿਆ ਨਹੀਂ, ਪਰ ਬੇਟੀ? ਵਾਹ, ਮੈਨੂੰ ਤੇ ਤੁਸੀਂ ਇਉਂ ਲੱਗਦੇ ਹੋ ਜਿਵੇਂ ਅਜੇ ਬੱਚੇ ਹੋਵੋ। ਹੋ ਸਕਦਾ ਹੈ ਜਿੱਥੇ ਰੂਹਾਂ ਇੱਕ ਦੂਜੀ ਨੂੰ ਟਕਰਾਉਂਦੀਆਂ ਨੇ, ਉੱਥੇ ਇਹ ਉਮਰਾਂ ਨਾਲ ਨਹੀਂ ਖੜੋਂਦੀਆਂ। ਮੇਰੀਆਂ ਗੱਲਾਂ ਤੁਹਾਨੂੰ ਅਜੀਬ ਲੱਗਦੀਆਂ ਨੇ? ਸੰਸਾਰ 'ਚ ਕੁਝ ਵੀ ਅਜੀਬ ਨਹੀਂ। ਭੁਲੇਖਾ ਨਜ਼ਰ ਦਾ ਹੁੰਦਾ ਹੈ। ਕੀ ਤੁਸੀਂ ਕਦੇ ਕਿਸੇ ਨੂੰ ਪਿਆਰ ਕੀਤਾ ਹੈ? ਉਹਦਾ ਇਹ ਬੇਝਿਜਕ ਸਵਾਲ ਸੁਣ ਸ਼ਿਵ ਨੂੰ ਅਹਿਸਾਸ ਹੋਇਆ ਕਿ ਇਹ ਕੁੜੀ ਰਸਮੀ ਸਦਾਚਾਰ ਤੋਂ ਕਿੰਨੀ ਅਗਾਂਹ ਲੰਘ ਗਈ ਹੈ। ਮੈਂ ਜ਼ਿੰਦਗੀ ਨੂੰ ਹਮੇਸ਼ਾ ਹੀ ਪਿਆਰ ਕਰਦਾ ਰਿਹਾ, ਪਰ ਮੈਂ ਤਾਂ ਸਭ ਨੂੰ ਨਫ਼ਰਤ ਕਰਦੀ ਹਾਂ, ਤੁਹਾਨੂੰ ਵੀ। ਤਦ ਹੀ ਇੱਥੇ ਆਈਆਂ ਕਿ ਇਹ ਬੰਦਾ ਸਮਝਦਾ ਕੀ ਹੈ ਆਪਣੇ ਆਪ ਨੂੰ। ਹੱਸਦੇ ਕੀ ਹੋ? ਮੈਨੂੰ ਬੰਦੇ ਹੱਸਦੇ ਚੰਗੇ ਨਹੀਂ ਲੱਗਦੇ। ਇਸ ਸੰਸਾਰ 'ਚ ਕਿਸੇ ਨੂੰ ਹੱਸਣ ਦਾ ਭਲਾ ਅਧਿਕਾਰ ਹੀ ਕੀ ਹੈ? ਅੱਗ ਪੀ ਲੈਣੀ ਸੌਖੀ ਨਹੀਂ, ਹਾਂ ਅੱਗ ਉਗਲ ਦੇਣੀ ਜ਼ਰੂਰ ਸੌਖੀ ਹੈ। ਨਹੀਂ, ਸਭ ਕੁਝ ਫੂਕ ਦੇਣਾ ਚਾਹੀਦਾ ਹੈ। ਇਹ ਘਰ, ਇਹ ਦਰਖਤ, ਇਹ ਪੰਛੀ, ਇਹ ਫੁੱਲ, ਸਭ ਦੇ ਸਭ ਫੂਕਿਆ ਉਹ ਜਾਂਦਾ ਹੈ ਜੋ ਹੋਵੇ। ਇੱਥੇ ਤਾਂ ਹੈ ਹੀ ਕੁਛ ਨਹੀਂ, ਫੂਕੇਂਗੀ ਕੀ? ਆਪਣਾ ਆਪ ਤੇ ਫੂਕਿਆ ਜਾ ਸਕਦਾ ਹੈ। ਤੂੰ ਆਪ ਵੀ ਕਦੋਂ ਇੱਥੇ ਹੈ? ਜੇ ਹੁੰਦੀ ਤਾਂ ਅਜਿਹੀਆਂ ਗੱਲਾਂ ਨਾ ਕਰਦੀ। ਮੈਂ ਨਾ ਸਹੀ, ਉਹ ਕੁੜੀ ਤਾਂ ਇੱਥੇ ਹੈ ਜਿਹੜੀ ਨਹਿਸ਼ ਹੈ, ਕੜਮੀ ਹੈ, ਜੋ ਮਾਪਿਆਂ ਦੀਆਂ ਆਂਦਰਾਂ ਦਾ ਸਾੜ ਹੈ, ਧਰਤੀ ਤੇ ਬੋਝ ਹੈ, ਕਿਉਂਕਿ ਉਹਦਾ ਪਤੀ ਵਿਆਹ ਤੋਂ ਤੀਜੇ ਦਿਨ ਹੀ ਮਰ ਗਿਆ ਸੀ। ਉਹਦਾ ਉਸ ਘਰ 'ਚ ਪੌਂਖਾ ਹੀ ਚੰਦਰਾ ਸੀ। ਉਹਦੇ ਵਿੱਚ ਜਲਾਉਣ ਨੂੰ ਹੈ ਕੀ ਸੀ? ਉਹਨੂੰ ਆਰਾਮ ਕਰਨ ਦੇ। ਮੌਤ ਵੀ ਤੇ ਆਰਾਮ ਹੀ ਹੁੰਦੀ ਹੈ। ਹਾਂ ਮਰੀਚਕਾ, ਉਹ ਮਰ ਕੇ ਹੀ ਤਾਂ ਇਸ ਜਿਉਂਦੇ ਜਿਸਮ ਵਿੱਚ ਆਰਾਮ ਕਰ ਰਹੀ ਹੈ। ਜੇ ਜਿਸਮ ਵੀ ਮੁੱਕ ਗਿਆ, ਉਹਨੂੰ ਫਿਰ ਜਨਮ ਧਾਰਨਾ ਪਏਗਾ। ਸ਼ਾਇਦ ਅਜੇ ਉਹ ਜ਼ਿੰਦਗੀ ਲਈ ਤਿਆਰ ਨਹੀਂ। ਮੈਂ ਆਪਣੇ ਬਾਰੇ ਹੀ ਗੱਲਾਂ ਕਰਦੀ ਰਹੀ। ਮੈਂ ਪੁੱਛਣਾ ਹੀ ਭੁੱਲ ਗਈ ਕਿ ਤੁਸੀਂ ਮਰੇ ਹੋਏ ਹੋ ਕਿ ਜਿਉਂਦੇ। ਕਦੇ ਵਿੱਚੋਂ ਮਰ ਜਾਂਦਾ, ਆਮ ਕਰਕੇ ਕਦੇ ਕਿਸੇ ਬੱਚੇ, ਕਦੇ ਕਿਸੇ ਪੰਛੀ, ਕਦੇ ਕਿਸੇ ਸਾਧੂ, ਕਦੇ ਕਿਸੇ ਟਾਹਣੀ ਤੇ ਕਦੇ ਕਿਸੇ ਪੱਤੇ ਦਾ ਰੂਪ ਧਾਰ ਕੇ ਜਿਉਂ ਲੈਂਦਾ। ਇੱਕੋ ਜਨਮ 'ਚ ਇੰਨੇ ਰੂਪ ਕਿਵੇਂ ਸੰਭਵ ਨੇ? ਤੂੰ ਇਸੇ ਲਈ ਮਰ ਗਈ ਕਿ ਤੂੰ ਮੇਰੀ ਮਰੀਚਕਾ ਸੈਂ, ਸਾਰੀ ਦੀ ਸਾਰੀ, ਤੇ ਇਕੱਲੀ ਮਰੀਚਕਾ ਦੇ ਦੁੱਖ ਨੇ ਤੈਨੂੰ ਖਾ ਲਿਆ। ਇਹ ਤੋਂ ਪਿੱਛੋਂ ਕਿੰਨੇ ਦਿਨ ਉਹਨੇ ਮਰੀਚਕਾ ਨੂੰ ਨਹੀਂ ਸੀ ਦੇਖਿਆ। ਜੇ ਕਦੇ ਦੇਖਿਆ ਵੀ ਤਾਂ ਇੱਕ ਆਮ ਸਧਾਰਨ ਕੁੜੀ ਹੁੰਦੀ ਸੀ ਜੋ ਇਸ ਪਹਾੜ ਉੱਤੇ ਗਰਮੀਆਂ ਕੱਟਣ ਆਏ ਕਿਸੇ ਕਿਰਾਏਦਾਰ ਕੋਲ ਭਲਾ ਕਿਵੇਂ ਬੈਠ ਸਕਦੀ ਸੀ। ਫਿਰ ਉਹਨੇ ਕੰਮ ਵੀ ਤੇ ਕਿੰਨੇ ਕਰਨੇ ਹੁੰਦੇ ਸੀ। ਉਹਨੇ ਰੋਟੀ ਬਣਾਉਣੀ ਹੁੰਦੀ ਸੀ, ਕੱਪੜੇ ਧੋਣੇ ਹੁੰਦੇ ਸੀ, ਥਾਂ ਸੰਭਰਨਾ ਹੁੰਦਾ ਸੀ ਤੇ ਮਾਂ ਨੂੰ ਗੀਤਾ ਦਾ ਪਾਠ ਸੁਣਾਉਣਾ ਹੁੰਦਾ ਸੀ। ਗਰਮੀਆਂ ਮੁੱਕਣ ਉੱਤੇ ਸ਼ਿਵ ਉੱਥੋਂ ਆ ਗਿਆ ਸੀ। ਅਗਲੇ ਵੇਲੇ ਫਿਰ ਜਦੋਂ ਉਹਨਾਂ ਦੇ ਘਰ ਗਿਆ ਤਾਂ ਮਾਂ ਨੇ ਦੱਸਿਆ ਮਰੀਚਕਾ ਨੂੰ ਮਰੀ ਨੂੰ ਤਾਂ 6 ਮਹੀਨੇ ਹੋ ਗਏ ਸਨ। ਉਹਦੇ ਮੂੰਹ ਤੇ ਇੱਕ ਤਸੱਲੀ ਸੀ ਕਿ ਮਰੀਚਕਾ ਅਸਲੀਅਤ ਬਣਨ ਚਲੀ ਗਈ ਸੀ। ਪਰ ਮਾਂ ਸੋਚ ਰਹੀ ਸੀ ਇਹ ਕਹੇਗਾ ਰੱਬ ਨੇ ਤੁਹਾਡੇ ਨਾਲ ਬੜਾ ਲੋੜਾ ਕੀਤਾ,
ਪਰ ਉਹ ਅਜੇ ਵੀ ਚੁੱਪ ਸੀ। ਮਾਂ ਹੈਰਾਨ ਹੋ ਕੇ ਸੋਚ ਰਹੀ ਸੀ, ਕਿਹੋ ਜਿਹਾ ਬੰਦਾ ਹੈ, ਇਹਨੇ ਪੁੱਛਿਆ ਹੀ ਨਹੀਂ ਕਿ ਮਰੀਚਕਾ ਨੂੰ ਹੋਇਆ ਕੀ ਸੀ, ਜਿਵੇਂ ਕਿ ਉਹ ਜਾਣਦਾ ਨਾ ਹੋਵੇ। ਧੰਨਵਾਦ। ਅਗਲੀ ਕਹਾਣੀ, ਅਮਰ ਬਾਬੂ। ਅਮਰ ਬਾਬੂ ਨੂੰ ਆਪਣੇ ਨਾਮ ਦਾ ਬੜਾ ਦੁੱਖ ਸੀ। ਉਹਨੂੰ ਪਤਾ ਸੀ ਉਹਦਾ ਨਾਮ ਅਮਰ ਹੈ। ਉਹ ਨਹੀਂ, ਅਮਰ ਤਾਂ ਦੁਨੀਆ ਵਿੱਚ ਕੁਝ ਵੀ ਨਹੀਂ। ਬੰਦਾ ਮਰ ਜਾਂਦਾ ਹੈ, ਇਹ ਗੱਲ ਉਹਨੂੰ ਬੜੀ ਭਿਆਨਕ ਲੱਗਦੀ, ਸ਼ਾਇਦ ਇਸ ਕਰਕੇ ਕਿ ਕੱਚੀ ਉਮਰੇ ਉਹਦੀ ਮਾਂ ਮਰ ਗਈ ਸੀ। ਮਾਂ ਬਾਹਰੇ ਸੰਸਾਰ ਦੀ ਉਹਨੇ ਕਦੇ ਕਲਪਨਾ ਹੀ ਨਹੀਂ ਸੀ ਕੀਤੀ। ਬੰਦੇ ਨੂੰ ਇਉਂ ਨਹੀਂ ਮਰਨਾ ਚਾਹੀਦਾ, ਉਹ ਸੋਚਦਾ ਹੁੰਦਾ ਸੀ। ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਉਹ ਸਾਇੰਸ ਦੇ ਕ੍ਰਿਸ਼ਮਿਆਂ ਨੂੰ ਜਾਣਦਾ ਸੀ, ਸੋਚਦਾ ਸਾਇੰਸਦਾਨ ਇਸ ਪਾਸੇ ਕਿਉਂ ਨਹੀਂ ਕੁਝ ਕਰਦੇ ਕਿ ਬੰਦਾ ਮਰੇ ਹੀ ਨਾ। ਪਤਾ ਲੱਗਿਆ ਸਾਇੰਸ ਦੀਆਂ ਖੋਜਾਂ ਨੇ ਲੱਭ ਲਿਆ ਹੈ ਕਿ ਬੰਦਾ ਬੁੱਢਾ ਹੋਣ ਕਰਕੇ ਮਰ ਜਾਂਦਾ ਹੈ ਤੇ ਕੁਝ ਗੱਲਾਂ ਹਨ ਜਿਨ੍ਹਾਂ ਕਰਕੇ ਬੁੱਢਾ ਹੋ ਜਾਂਦਾ ਹੈ। MBBS ਕਰਕੇ ਉਹ ਬਾਇਓਲੋਜੀ ਦੇ ਐਡਵਾਂਸਡ ਸੈਂਟਰ ਵਿੱਚ ਖੋਜ ਵਿਦਿਆਰਥੀ ਜਾ ਲੱਗਿਆ। ਊਸ਼ਾ ਹਸਪਤਾਲ ਵਿੱਚ ਲੱਗ ਗਈ। ਊਸ਼ਾ ਤੂੰ ਨੌਕਰੀ ਛੱਡ ਦੇ, ਆਪਾਂ ਘੱਟ ਪੈਸਿਆਂ ਨਾਲ ਹੀ ਸਾਰ ਲਿਆ ਕਰਾਂਗੇ। ਇੱਕ ਦਿਨ ਅਮਰ ਨੇ ਊਸ਼ਾ ਨੂੰ ਕਿਹਾ। ਪਰ ਕਿਉਂ? ਇਸ ਲਈ ਕਿ ਤੂੰ ਸਿਰਫ ਮੇਰੀ ਦੇਖਭਾਲ ਕਰਿਆ ਕਰ ਤਾਂ ਜੋ ਮੈਂ ਸਾਰਾ ਵਕਤ ਖੋਜ ਵਿੱਚ ਲਾ ਸਕਾਂ। ਊਸ਼ਾ ਕੁਛ ਨਹੀਂ ਬੋਲੀ। ਅਮਰ ਨੇ ਕਹਿਣਾ ਸ਼ੁਰੂ ਕੀਤਾ, ਜੇ ਤੂੰ ਘਰ ਰਹੇ ਹਰ ਰੋਜ਼ ਪਾਉਣ ਲਈ ਤਰੋ ਤਾਜ਼ਾ ਧੋਤੇ ਪ੍ਰੈਸ ਕੀਤੇ ਮੇਰੇ ਕੱਪੜੇ ਹੋਣ, ਹੁਣ ਤੂੰ ਹਸਪਤਾਲ ਚਲੀ ਜਾਂਦੀ ਹੈ, ਪਿੱਛੋਂ ਕਦੇ ਕਮੀਜ਼ ਦਾ ਕੋਈ ਬਟਨ ਟੁੱਟਿਆ ਹੁੰਦਾ, ਕਦੇ ਜਿਹੜੀ ਪੈਂਟ ਮੈਂ ਪਾ ਕੇ ਜਾਣਾ ਚਾਹੁੰਦਾ ਉਹ ਪ੍ਰੈਸ ਨਹੀਂ ਕੀਤੀ ਹੁੰਦੀ, ਕਦੇ ਪਾਲਿਸ਼ ਨਹੀਂ ਲੱਭਦਾ, ਕਦੇ ਬਨੈਣ ਨਹੀਂ ਧੋਤੀ ਹੁੰਦੀ। ਇਉਂ ਜਾਣਦੀ ਹੈ ਮੇਰਾ ਕਿੰਨਾ ਵਕਤ ਖਰਾਬ ਹੁੰਦਾ, ਉੱਪਰੋਂ ਪਰੇਸ਼ਾਨੀ ਵੱਖਰੀ। ਇੱਕ ਚੰਗਾ ਜਿਹਾ ਵੱਡਾ ਨੌਕਰ ਰੱਖ ਲੈਂਦੇ ਆ, ਊਸ਼ਾ ਨੇ ਕਿਹਾ। ਨੌਕਰ ਕੀ ਕਰ ਦੂ? ਤੂੰ ਆਪ ਘਰ ਹੋਵੇਂ, ਤੈਨੂੰ ਪਤਾ ਹੋਵੇ ਮੈਨੂੰ ਸਬਜ਼ੀ ਕਿਹੜੀ ਪਸੰਦ ਹੈ, ਚਾਹ ਦੇ ਕੱਪ 'ਚ ਚੀਨੀ ਕਿੰਨੀ ਪਾਉਣੀ ਹੈ, ਅੰਡਾ ਕਿਸ ਤਰ੍ਹਾਂ ਬਣਾਉਣਾ ਹੈ, ਟੌਨਿਕ ਕਦੋਂ ਲੈਣੀ ਹੈ। ਹੁਣ ਹਰ ਤੀਏ ਦਿਨ ਮੈਂ ਗੋਲੀਆਂ ਖਾਣੀਆਂ ਭੁੱਲ ਜਾਂਦਾ। ਇਹਨਾਂ ਕੰਮਾਂ ਵੱਲ ਮੈਂ ਹੋਰ ਧਿਆਨ ਰੱਖ ਲਿਆ ਕਰੂੰ ਤੇ ਸਭ ਕੁਝ ਮੁੰਡੂ ਨੂੰ ਸਮਝਾ ਜਾਇਆ ਕਰੂੰ। ਆਪ ਕਰਨ 'ਚ ਹੱਦ ਤੱਕ ਲੱਗਦੀ ਹੈ। ਨਹੀਂ ਸੋਚਦੀਆਂ ਇੰਨਾ ਪੜ੍ਹ ਲਿਖ ਕੇ ਫਜ਼ੂਲ ਜਾਏਗਾ। ਫਜ਼ੂਲ ਕਿਸ ਤਰ੍ਹਾਂ? ਜਾਣਦੀ ਹੈ ਜਿਹੜਾ ਕੰਮ ਮੈਂ ਕਰ ਰਿਹਾ, ਅਗਰ ਉਸ 'ਚ ਕਾਮਯਾਬ ਹੋ ਗਿਆ ਤਾਂ ਮਨੁੱਖੀ ਇਤਿਹਾਸ ਬਦਲ ਜਾਣਾ। ਲੋਕ ਬਹੁਤ ਦੇਰ ਤੱਕ ਬੁੱਢੇ ਨਹੀਂ ਹੋਇਆ ਕਰਨਗੇ ਤੇ ਬਹੁਤ ਬਹੁਤ ਦੇਰ ਤੱਕ ਮਰਿਆ ਵੀ ਨਹੀਂ ਕਰਨਗੇ। ਫਿਰ ਤੇਰੇ ਪਤੀ ਦਾ ਨਾਮ ਸਾਰੀ ਦੁਨੀਆ ਵਿੱਚ ਹੋਏਗਾ, ਉਸ ਉੱਤੇ ਕਿਤਾਬਾਂ ਲਿਖੀਆਂ ਜਾਣਗੀਆਂ, ਵਿੱਚ ਤੇਰਾ ਵੀ ਤਾਂ ਜ਼ਿਕਰ ਹੋਏਗਾ। ਲੱਖਾਂ ਰੁਪਏ ਇਸ ਕਾਰਡ ਦੀ ਰਾਇਲਟੀ ਆਏਗੀ। ਭਾਸ਼ਣਾਂ ਪ੍ਰਧਾਨਗੀਆਂ ਲਈ ਵੱਡੇ ਵੱਡੇ ਮੁਲਕ ਸੱਦਣਗੇ ਤੇ ਇਸ ਤੋਂ ਵੀ ਵੱਡੀ ਗੱਲ, ਤੂੰ ਤੇ ਮੈਂ ਬਹੁਤ ਚਿਰ, ਸ਼ਾਇਦ 200 ਸਾਲ ਜਾਂ 100 ਸਾਲ ਬੁੱਢੇ ਨਹੀਂ ਹੋਵਾਂਗੇ ਤੇ ਮਰਾਂਗੇ ਵੀ ਨਹੀਂ। ਹੈ ਨਹੀਂ ਕਮਾਲ? ਕੀ ਪਤਾ ਇਹ ਗੱਲ ਕਦੇ ਸਿਰੇ ਲੱਗੇ, ਊਸ਼ਾ ਨੇ ਹੌਲੀ ਦੇ ਕੇ ਕਿਹਾ। ਤੈਨੂੰ ਮੇਰੇ ਤੇ ਭਰੋਸਾ ਨਹੀਂ, ਪਰ ਮੈਨੂੰ ਆਪਣੇ ਆਪ ਉੱਤੇ ਹੈ। ਮੈਂ ਜ਼ਿੰਦਗੀ 'ਚ ਜੋ ਵੀ ਚਾਹਿਆ ਉਹ ਪਾਇਆ ਹੈ। ਯਾਦ ਆਉਂਦਾ ਹੈ ਛੋਟੇ ਹੁੰਦਿਆਂ ਚਾਹਿਆ ਮੇਰੀ ਕੁੱਤੀ 3 ਬੱਚੇ ਦੇ ਦੇਵੇ। 2 ਦੋਸਤਾਂ ਨੂੰ ਦੇਣੇ ਸੀ, ਇੱਕ ਆਪ ਰੱਖਣਾ ਸੀ। ਕੁੱਤੀ ਨੇ 3 ਬੱਚੇ ਦੇ ਦਿੱਤੇ। ਚਾਹਿਆ 10ਵੀਂ ਵਿੱਚੋਂ ਯੂਨੀਵਰਸਿਟੀ 'ਚ ਫਸਟ ਆ ਗਿਆ। ਚਾਹਿਆ ਪਿਤਾ ਜੀ ਅੱਗੇ ਪੜ੍ਹਾਉਣ ਲਈ ਮੰਨ ਗਏ। ਸੋਚਿਆ ਤੇਰੇ ਨਾਲ ਵਿਆਹ ਹੋ ਜਾਏ, ਹੋ ਗਿਆ। ਜੀ ਕੀਤਾ ਐਡਵਾਂਸ ਸੈਂਟਰ 'ਚ ਦਾਖਲਾ ਮਿਲ ਜਾਏ, ਮਿਲ ਗਿਆ। ਉਸੇ ਤਰ੍ਹਾਂ ਇੱਥੇ ਵੀ ਮੇਰੀ ਚਾਹ ਪੂਰੀ ਹੋ ਜਾਣੀ ਹੈ, ਤੂੰ ਵੇਖ ਲਈ। ਊਸ਼ਾ ਕੁਛ ਨਹੀਂ ਬੋਲੀ। ਦੇਖ, ਅਸਤੀਫਾ ਭੇਜ ਦੇ। ਤੇਰੇ ਲਈ ਬਾਕੀ ਸਭ ਕੰਮਾਂ ਨਾਲੋਂ ਮੇਰਾ ਖਿਆਲ ਰੱਖਣਾ ਜ਼ਰੂਰੀ ਹੈ ਤਾਂ ਜੋ ਮੈਂ ਕੰਮ ਕਰ ਸਕਾਂ। ਊਸ਼ਾ ਨੌਕਰੀ ਛੱਡਣੀ ਨਹੀਂ ਸੀ ਚਾਹੁੰਦੀ। ਅਮਰ ਚਾਹੁੰਦਾ ਸੀ ਉਹ ਨੌਕਰੀ ਛੱਡ ਦੇ। ਝਗੜਾ ਹੋਇਆ, ਕਲੇਸ਼ ਪਿਆ। ਜੇ ਤੈਨੂੰ ਘਰ ਦਾ ਕੰਮ ਕਰਨਾ ਪਸੰਦ ਨਹੀਂ ਤਾਂ ਬੇਸ਼ੱਕ ਆਪਣੇ ਘਰ ਚਲੀ ਜਾ। ਤੇਰੇ ਨਾਲੋਂ ਤਾਂ ਇੱਕ ਅਨਪੜ੍ਹ ਲੜਕੀ ਲੈ ਆਉਂਦਾ, ਉਹਨੇ ਵਧੇਰੇ ਚਾਅ ਤੇ ਖੁਸ਼ੀ ਨਾਲ ਇਹ ਸਭ ਕੰਮ ਕਰਨੇ ਸਨ। ਊਸ਼ਾ ਕੋਈ ਵੀ ਗੱਲ ਆਪਣੇ ਘਰ ਨਹੀਂ ਸੀ ਕਰਦੀ। ਸਭ ਨੇ ਦੋਸ਼ ਉਸੇ ਨੂੰ ਦੇਣਾ ਸੀ। ਵਿਆਹ ਵੇਲੇ ਹੀ ਉਹ ਤਾਂ ਔਖੇ ਸੀ, ਅਮਰ ਦੂਜੀ ਜਾਤ ਦਾ ਜੋ ਸੀ। 2-4 ਦਿਨਾਂ 'ਚ ਊਸ਼ਾ ਕਈ ਵਾਰੀ ਰੋਈ। ਅਮਰ ਕਈ ਵਾਰ ਆਕੜਿਆ। ਹਾਰ ਕੇ ਉਹਨੇ ਨੌਕਰੀ ਛੱਡ ਦਿੱਤੀ, ਸਭ ਕੰਮ ਸੰਭਾਲ ਲਏ। ਵਕਤ ਸਿਰ ਬਿਨਾਂ ਆਖੇ ਚਾਹ ਦਾ ਕੱਪ ਅਮਰ ਦੀ ਮੇਜ਼ ਤੇ ਆ ਜਾਂਦਾ। ਕੱਪੜੇ ਤਿਆਰ ਮਿਲਦੇ, ਗੋਲੀਆਂ ਕਦੇ ਨਾਗਾ ਨਹੀਂ ਸੀ ਪਿਆ। ਸਵੇਰੇ ਵਕਤ ਸਿਰ ਊਸ਼ਾ ਉਹਨੂੰ ਉਠਾ ਦਿੰਦੀ, ਵਕਤ ਸਿਰ ਪੈਣ ਲਈ ਆਖ ਦਿੰਦੀ। ਜੋ ਵੀ ਕੁਝ ਅਮਰ ਬਾਬੂ ਆਖਦਾ ਉਹ ਸੁਣ ਲੈਂਦੀ। 4 ਵਜੇ ਚਾਹ ਦਾ ਕੱਪ ਬਣਾ ਕੇ ਦੇਣ ਲਈ ਮੁੰਡੂ ਨੂੰ ਆਖ ਕੇ ਉਹ ਇੱਕ ਦਿਨ ਉਹ ਸਿਨੇਮਾ ਵੇਖਣ ਚਲੇ ਗਈ। ਮੀਨਾ ਕੁਮਾਰੀ ਦੀ ਫਿਲਮ ਸੀ ਤੇ ਮੀਨਾ ਕੁਮਾਰੀ ਦੁਨੀਆ ਤੇ ਨਹੀਂ ਸੀ। ਵਾਪਸ ਆਈ, ਅਮਰ ਝਿੜਕ ਕੇ ਪਿਆ। ਪਿੱਛੋਂ ਮੇਰੇ ਦੋਸਤ ਆ ਗਏ ਸਨ। ਊਸ਼ਾ ਚੁੱਪ ਕਰ ਰਹੀ। ਅਗਲੇ ਦਿਨ ਮੰਦਰ ਜਾਣਾ ਚਾਹੁੰਦੀ ਸੀ ਪਰ ਨਹੀਂ ਗਈ। ਪੇਕਿਆਂ ਤੋਂ ਖਤ ਆਇਆ, ਭਾਈ ਦੇ ਲੜਕਾ ਹੋ ਕੇ ਮਰ ਗਿਆ। ਜਾ ਆਵਾਂ? ਅਮਰ ਤੋਂ ਪੁੱਛਿਆ।
ਫਾਰਮੈਲਿਟੀ 'ਚ ਕੀ ਪਿਆ? ਜੋ ਮਾਰੀ ਗਿਆ ਉਸ ਬਾਰੇ ਜਾ ਕੇ ਵੀ ਕੀ ਕਰ ਲਏਂਗੀ? ਖਿਆਲ ਬਹੁਤਾ ਉਹਨਾਂ ਬਾਰੇ ਕਰੋ ਜਿਹੜੇ ਜਿਉਂਦੇ ਨੇ। ਊਸ਼ਾ ਕੁਝ ਆਖਣ ਹੀ ਲੱਗੀ ਸੀ ਕਿ ਅਮਰ ਵਿੱਚੋਂ ਹੀ ਟੋਕ ਕੇ ਬੋਲਿਆ, ਤੈਨੂੰ ਸਮਝ ਕਿਉਂ ਨਹੀਂ ਲੱਗਦੀ ਕਿ ਤੂੰ ਕੌਣ ਹੈ? ਜਿਹੜਾ ਕੰਮ ਅਸੀਂ ਕਰ ਰਹੇ ਹਾਂ ਉਹਦੀ ਕੀ ਮਹੱਤਤਾ ਹੈ? ਤੇਰੇ ਨਾਲੋਂ ਤਾਂ ਆਮ ਔਰਤਾਂ ਹੀ ਚੰਗੀਆਂ ਹੁੰਦੀਆਂ ਨੇ। ਪਤੀ ਦੀ 5 ਰੁਪਏ ਤਰੱਕੀ ਹੁੰਦੀ ਹੈ, ਉਹ ਲੱਡੂ ਵੰਡਣ ਤੁਰ ਪੈਂਦੀਆਂ ਨੇ। ਤੈਨੂੰ ਸਮਝ ਹੀ ਨਹੀਂ ਕਿਸੇ ਗੱਲ ਦੀ। ਊਸ਼ਾ ਚੁੱਪ ਕਰ ਰਹੀ ਪਰ ਵਿੱਚੋਂ ਉਦਾਸ ਸੀ। ਜਾ ਕੇ ਰਸੋਈ 'ਚ ਕੰਮ ਕਰਨ ਲੱਗ ਗਈ। ਊਸ਼ਾ ਊਸ਼ਾ, ਅਮਰ ਨੇ ਆਵਾਜ਼ ਦਿੱਤੀ। ਊਸ਼ਾ ਚੁੱਪਚਾਪ ਆ ਕੇ ਖੜੋ ਗਈ। ਅਮਰ ਨੇ ਉਸ ਵੱਲ ਵੇਖਿਆ ਤੇ ਬੋਲਿਆ, ਇਸ ਤਰ੍ਹਾਂ ਦਾ ਮੂੰਹ ਕਿਉਂ ਬਣਾਇਆ? ਊਸ਼ਾ ਕੁਛ ਨਹੀਂ ਬੋਲੀ। ਮੈਂ ਕਹਿੰਦਾ ਤੈਨੂੰ ਹੋਇਆ ਕੀ ਹੈ? ਦੇਖ, ਜੇ ਤੂੰ ਮੇਰੇ ਨਾਲ ਰਹਿ ਕੇ ਖੁਸ਼ ਨਹੀਂ ਤਾਂ ਬੇਸ਼ੱਕ ਆਪਣੇ ਘਰ ਚਲੀ ਜਾ। ਊਸ਼ਾ ਅਜੇ ਵੀ ਚੁੱਪ ਸੀ। ਉਹ ਵੀ ਕੀ ਔਰਤ ਹੋਈ ਜਿਸ ਲਈ ਪਤੀ ਸਾਰਾ ਸੰਸਾਰ ਨਹੀਂ? ਤੂੰ ਚਾਹੁੰਦੀ ਕੀ ਹੈ ਆਖਰ? ਊਸ਼ਾ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ। ਭਰੀਆਂ ਅੱਖਾਂ ਨਾਲ ਨੀਵੀਂ ਪਾਈ ਪੈਰ ਦੇ ਅੰਗੂਠੇ ਨਾਲ ਧਰਤੀ ਤੇ ਲੀਕਾਂ ਪਾਉਂਦੀ ਰਹੀ। ਮੈਂ ਪੁੱਛਦਾ, ਕੀ ਹਾਲ ਹੈ ਤੇਰੀ ਤਬੀਅਤ ਦਾ? ਊਸ਼ਾ ਸਮਝ ਗਈ, ਬੋਲੀ, ਲੱਗਦੀ ਹੈ ਕੋਈ ਗੜਬੜ। ਫਿਰ ਤਾਂ ਹੁਣੇ ਤੈਨੂੰ ਦਵਾਈ ਖਾ ਲੈਣੀ ਚਾਹੀਦੀ ਹੈ। ਅਜੇ ਅਸੀਂ ਇਹ ਅਫੋਰਡ ਨਹੀਂ ਕਰ ਸਕਦੇ। ਬੜੀ ਉਮਰ ਪਈ ਹੈ, ਵੇਖੀ ਜਾਏਗੀ। ਅਜੇ ਰਿਸਰਚ ਜ਼ਰੂਰੀ ਹੈ। ਪਰ ਤੁਸੀਂ ਇਸ 'ਚ ਕੀ ਕਰਨਾ ਹੈ? ਊਸ਼ਾ ਨੇ ਜ਼ਰਾ ਕੁ ਨਾਰਾਜ਼ਗੀ ਨਾਲ ਕਿਹਾ। ਕਰਨਾ? ਨਹੀਂ, ਇਸ ਤਰ੍ਹਾਂ ਤੂੰ ਨਹੀਂ, ਮੈਂ ਕਹਿਣਾ ਅਜੇ ਨਹੀਂ। ਊਸ਼ਾ ਚੁੱਪ ਕਰਕੇ ਰਸੋਈ ਵੱਲ ਨੂੰ ਚਲੀ ਗਈ। ਆਥਣੇ ਅਮਰ ਬਾਊ ਗੋਲੀਆਂ ਲੈ ਆਇਆ। 12 ਗੋਲੀਆਂ ਸੀ, 3 ਦਿਨਾਂ 'ਚ ਖਾਣੀਆਂ ਸੀ। ਊਸ਼ਾ ਨੇ ਗੋਲੀਆਂ ਖਾ ਲਈਆਂ। ਅੰਦਰੋਂ ਬੜਾ ਖੂਨ ਗਿਆ, ਇੰਨਾ ਬਹੁਤਾ ਕਿ ਅਮਰ ਘਬਰਾ ਗਿਆ ਤੇ ਉਹਨੂੰ ਹਸਪਤਾਲ ਲੈ ਗਿਆ। ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ, ਊਸ਼ਾ ਸੰਭਲਦੀ ਨਹੀਂ ਸੀ। ਤੀਸਰੇ ਦਿਨ ਆਥਣੇ ਉਹਦੇ ਡੋਬ ਜਿਹਾ ਪਿਆ ਤੇ ਤੁਰਦੀ ਬਣੀ। ਅਮਰ ਬਾਬੂ ਬਹੁਤ ਰੋਇਆ। ਜੀ ਕੀਤਾ ਸਭ ਕੁਝ ਛੱਡ ਛਡਾ ਕੇ ਸਾਧ ਬਣ ਜਾਏ। ਸੋਚਿਆ ਰਿਸਰਚ ਸਿਰੇ ਚੜੀ ਹੁੰਦੀ ਸ਼ਾਇਦ ਊਸ਼ਾ ਨੂੰ ਬਚਾਇਆ ਜਾ ਸਕਦਾ। ਉਹ ਰਿਸਰਚ 'ਚ ਹੋਰ ਗਹਿਰਾ ਲੱਗ ਪਿਆ। ਇਸ ਦੌਰਾਨ ਡਾਇਰੈਕਟਰ ਦੀ ਸਲਾਹ ਨਾਲ ਉਹਨਾਂ ਲੋਕਾਂ ਦੀ ਇੰਟਰਵਿਊ ਲੈਣ ਲਈ ਗਿਆ ਜਿਹੜੇ 100 ਸਾਲ ਤੋਂ ਉੱਤੇ ਸੀ ਤੇ ਅਜੇ ਜਿਉਂਦੇ ਸੀ। ਰਿਸਰਚ ਲਈ ਜ਼ਰੂਰੀ ਸੀ ਉਹਨਾਂ ਦੀ ਲੰਮੀ ਉਮਰ ਦਾ ਰਾਜ਼ ਜਾਣਨਾ। ਅਮਰ ਬਾਬੂ ਲੁਧਿਆਣੇ ਜ਼ਿਲ੍ਹੇ ਦੇ ਲਸਾੜੇ ਪਿੰਡ ਗਿਆ। ਉੱਥੇ ਫੁੰਮਣ ਨਾਂ ਦਾ ਇੱਕ ਬੰਦਾ ਦੱਸਿੰਦਾ ਸੀ, 100 ਸਾਲ ਤੋਂ ਵੀ ਉੱਤੇ ਦਾ। ਘਰੋਂ ਪਤਾ ਲੱਗਿਆ ਬਾਬਾ ਬਾਹਰਲੇ ਘਰ ਹੈ। ਬਾਹਰਲੇ ਘਰੋਂ ਕਿਸੇ ਨੇ ਦੱਸਿਆ ਖੂਹ ਕੰਨੀ ਗੇੜਾ ਮਾਰਨ ਗਿਆ। ਖੂਹ ਉੱਤੇ ਜਾ ਕੇ ਵੇਖਿਆ ਬਾਬਾ ਪਿੱਪਲ ਦੀ ਛਾਵੇਂ ਬੈਠਾ ਵਾਣ ਵੱਟ ਰਿਹਾ ਸੀ। ਸ਼ਹਿਰੀ ਬੰਦਿਆਂ ਵੱਲ ਇੱਕ ਪਲ ਵੇਖ ਆਪਣੇ ਕੰਮ ਲੱਗ ਗਿਆ। ਚੌਧਰੀ ਜੀ, ਅਸੀਂ ਤੁਹਾਡੇ ਕੋਲ ਹੀ ਆਏ ਹਾਂ। ਅਮਰ ਬਾਬੂ ਨੇ ਚਪੜਾਸੀ ਨੂੰ ਟੇਪ ਸੈੱਟ ਕਰਨ ਦਾ ਇਸ਼ਾਰਾ ਕਰਕੇ ਬਾਬੇ ਨੂੰ ਕਿਹਾ। ਕੋਈ ਕੰਮ ਹੈ? ਬਾਬੇ ਨੇ ਵਾਣ ਵੱਟਦੇ ਹੀ ਪੁੱਛਿਆ। ਏਡੇ ਸਿੱਧੇ ਸਵਾਲ ਲਈ ਅਮਰ ਬਾਬੂ ਤਿਆਰ ਨਹੀਂ ਸੀ। ਬੋਲਿਆ, ਨਹੀਂ, ਆਹੋ, ਹਾਂ, ਬਸ ਤੁਹਾਨੂੰ ਮਿਲਣ ਹੀ ਆਏ ਆ। ਪਰ ਮੈਂ ਤੁਹਾਨੂੰ ਜਾਣਦਾ ਨਹੀਂ। ਬਾਬਾ ਬੋਲਿਆ। ਬਾਬਾ ਜੀ ਇਹ ਪਤਾ ਕਰਨ ਆਏ ਨੇ ਵੀ ਤੁਹਾਡੀ ਇੰਨੀ ਲੰਮੀ ਉਮਰ ਕਿਵੇਂ ਹੈ। ਚਪੜਾਸੀ ਨੇ ਗੱਲ ਸਮਝਾਉਣ ਲਈ ਕਿਹਾ। ਰੱਬ ਦੀ ਮਰਜ਼ੀ ਹੈ, ਹੋਰ ਕਿਵੇਂ? ਬਾਬੇ ਨੇ ਹੱਸ ਕੇ ਕਿਹਾ। ਭਾਵ ਸੀ, ਬੇਵਕੂਫੋ, ਤੁਹਾਨੂੰ ਇੰਨਾ ਵੀ ਨਹੀਂ ਪਤਾ। ਅਮਰ ਬਾਬੂ ਬੋਲੇ, ਇਹ ਤਾਂ ਠੀਕ ਹੈ ਬਾਬਾ ਜੀ, ਪਰ ਜੇ ਤੁਸੀਂ ਬੁਰਾ ਨਾ ਮਨਾਓ, ਮੈਂ ਜਾਣਨਾ ਚਾਹਾਂਗਾ ਤੁਸੀਂ। ਨਾ, ਮੈਂ ਬੁਰਾ ਕਿਉਂ ਬਣਾਉਂਗਾ ਭਲਾ? ਤੁਸੀਂ ਕੀ ਮੇਰੀ ਚਰੀ ਮਿੱਧੀ ਹੈ? ਬਾਬੇ ਨੇ ਵਿੱਚੋਂ ਹੀ ਗੱਲ ਟੋਕ ਕੇ ਕਿਹਾ। ਤੁਸੀਂ ਖਾਸ ਕੀ ਖਾਂਦੇ ਰਹਿੰਦੇ ਹੋ? ਜੋ ਲੋਕ ਖਾਂਦੇ ਨੇ, ਰੋਟੀ, ਹੋਰ ਕੀ? ਰੋਟੀ ਕਾਸ ਨਾਲ? ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਕਦੇ ਦਾਲ ਨਾਲ, ਕਦੇ ਸਾਗ ਨਾਲ, ਕਦੇ ਅਚਾਰ ਨਾਲ, ਕਦੇ ਸ਼ੱਕਰ ਘਿਓ ਨਾਲ, ਕਦੇ ਰੁੱਖੀ ਹੋਈ ਨੂਣ ਭੁੱਕ ਕੇ ਲੱਸੀ ਨਾਲ। ਖੇਤੀ ਕਰਦੇ ਹੁੰਦੇ ਸੀ? ਆਹੋ, ਖੇਤੀ ਨਹੀਂ ਸੀ ਕਰਨੀ, ਹੋਰ ਕੀ, ਖੇਡਾਂ ਪਾਉਣਾ ਸੀ। ਬਾਬੇ ਨੇ ਉਹਨਾਂ ਵੱਲ ਧਿਆਨ ਨਾਲ ਦੇਖ ਕੇ ਕਿਹਾ। ਸਵੇਰੇ ਕਿੰਨੇ ਵਜੇ ਉੱਠਦੇ ਸੀ ਤੇ ਰਾਤ ਕਿੰਨੇ ਵਜੇ ਸੌਂਦੇ ਸੀ ਤੇ ਕੰਮ ਕਿੰਨੇ ਘੰਟੇ ਕਰਦੇ ਸੀ? ਮੂੰਹ ਨੇਰੇ ਉੱਠਦਾ ਸੀ, ਰਾਤ ਪਈ ਸੌਂਦਾ, ਸਾਰਾ ਦਿਨ ਹੀ ਕੰਮ ਕਰੀਦਾ ਸੀ। ਤੇ ਆਪਣੀ ਜ਼ਿੰਦਗੀ ਬਾਰੇ ਕੋਈ ਖਾਸ ਗੱਲ ਤੁਸੀਂ ਦੱਸ ਸਕੋ ਤਾਂ? ਬਾਬਾ ਚੁੱਪ ਜਿਹਾ ਕਰ ਗਿਆ। ਫਿਰ ਜਿਵੇਂ ਕਿਧਰੋਂ ਦੂਰੋਂ ਬੋਲਿਆ, ਤਾਂ ਸਭ ਕਾਸੇ ਕੰਨੀਓਂ ਰੰਗ ਲੱਗਿਆ ਹੋਇਆ। ਮੁੰਡਿਆਂ ਨੇ ਕੰਮ ਚੰਗਾ ਤੋਰ ਲਿਆ। ਮੀਤੇ ਦੀ ਕੁੜੀ ਜੈਲਦਾਰਾਂ ਦੀ ਮੰਗੀ ਹੈ। 3 ਬੱਚੇ ਨੇ ਆਪਣੇ ਕੱਲਿਆਂ ਦੇ। ਅੱਜ ਭਲਕ ਟਰੈਕਟਰ ਲੈ ਲੈਣਾ। ਸੌਰੀ, ਜਿਉਣੀ ਨੇ ਕਾਹਲ ਕੀਤੀ ਜਾਣ ਦੀ। ਇਸ ਚੇਤ ਤੋਂ 9ਵਾਂ ਵਰ੍ਹਾ ਲੱਗ ਜੂ ਮਰੀ ਨੂੰ। ਪਰ ਸਾਊ, ਤੁਸੀਂ ਇਹ ਸਾਰੀਆਂ ਗੱਲਾਂ ਕਿਉਂ ਪੁੱਛਦੇ ਹੋ? ਬਾਬੇ ਨੇ ਉਹਨਾਂ ਵੱਲ ਸਿੱਧਾ ਝਾਕ ਕੇ ਪੁੱਛਿਆ। ਬਾਬਾ ਜੀ, ਮੈਂ ਤਾਂ ਇਹ ਖੋਜ ਕਰ ਰਿਹਾ ਹਾਂ ਵੀ ਬੰਦੇ ਦੀ ਉਮਰ ਲੰਮੀ ਤੋਂ ਲੰਮੀ ਕਿਵੇਂ ਕੀਤੀ ਜਾ ਸਕਦੀ ਹੈ। ਅਮਰ ਨੇ ਉਤਸ਼ਾਹ ਨਾਲ ਦੱਸਿਆ। ਪਰ ਕਾਹਦੇ ਲਈ? ਜੇ 150 ਸਾਲ ਵੀ ਉਹ ਬੈਠਾ ਰਹੂ ਤਾਂ ਕੀ ਕਰ ਲੂ? ਛੇਕਣ ਨੂੰ ਤਾਂ ਉਹਨੇ ਮਰਨਾ ਹੀ ਹੈ। ਬਾਬੇ ਦੀ ਗੱਲ ਬੜੀ ਸਿੱਧੀ ਜੀ ਸੀ, ਪਰ ਅਮਰ ਬਾਬੂ ਨੂੰ ਸਮਝਣ 'ਚ ਬੜੀ ਔਖ ਹੋ ਰਹੀ ਸੀ। ਲੰਮੀ ਉਮਰ, ਬਹੁਤ ਲੰਮੀ ਉਮਰ ਲੋਕਾਂ ਨੂੰ ਕਿਸ ਲਈ ਚਾਹੀਦੀ ਹੈ? ਵੇਖੋ ਨਾ ਬਾਬਾ ਜੀ, ਚੰਗਾ ਹੀ ਹੈ ਨਾ, ਲੋਕ ਬਹੁਤ ਬਹੁਤ ਵਰੇ ਜਿਉਣ। ਅਮਰ ਬਾਬੂ ਨੇ ਕਿਹਾ। ਸਾਊ, ਚੱਜ ਨਾਲ ਜਿਉਂਦੇ ਰਹੀਏ ਤਾਂ ਥੋੜੇ ਵਾਰੀ ਬਥੇਰੇ ਹੁੰਦੇ ਆ। ਬਾਹਲੇ ਪੈਰ ਘੜੀਸ ਕੇ ਕੀ ਕਰਨਾ?
ਅਮਰ ਬਾਊ ਨੂੰ ਔੜ ਨਹੀਂ ਸੀ ਰਿਹਾ, ਅੱਗੋਂ ਕੀ ਆਖੇ। ਧੰਨਵਾਦ। ਅਗਲੀ ਕਹਾਣੀ ਸੱਚੀ ਮੁੱਚੀ ਦੀ ਪਰੀ ਕਹਾਣੀ। ਦਾਦੀ ਕਹਾਣੀ ਸੁਣਾ, ਮੁੰਨੇ ਨੇ ਜ਼ਿੱਦ ਕੀਤੀ। ਨਹੀਂ ਮੁੰਨੇ, ਅੱਜ ਮੇਰਾ ਜੀ ਨਹੀਂ ਰਾਜੀ, ਦਾਦੀ ਨੇ ਥੱਕੀ ਆਵਾਜ਼ ਚ ਆਖਿਆ। ਨਹੀਂ ਦਾਦੀ, ਮੈਂ ਪਰੀ ਦੀ ਕਹਾਣੀ ਜ਼ਰੂਰ ਸੁਣਨੀ ਹੈ। ਪਰੀ? ਪਰੀ ਤਾਂ ਮਰ ਗਈ ਮੁੰਨੇ, ਦਾਦੀ ਨੇ ਆਪਣੇ ਮੈਲੇ ਕੱਪੜਿਆਂ, ਪਾਟੀਆਂ ਅੱਡੀਆਂ ਤੇ ਝੁਰੜੀ ਵਾਲੇ ਹੱਥਾਂ ਵੱਲ ਤੱਕ ਕੇ ਆਖਿਆ। ਮਰੀ ਹੋਈ ਦੀ ਵੀ ਸੁਣਾ ਦਾਦੀ। ਮੈਂ ਨਹੀਂ, ਮੈਂ ਤਾਂ ਸੁਣੂੰਗਾ। ਮੁੰਨੇ, ਮੈਂ ਨਹੀਂ ਦਾਦੀ, ਪਰੀ ਦੀ ਕਹਾਣੀ ਸੁਣੂੰਗਾ, ਮੁੰਨੇ ਨੇ ਲਾਡ ਨਾਲ ਦਾਦੀ ਨੂੰ ਚੰਬੜਦਿਆਂ ਆਖਿਆ। ਅੱਛਾ ਮੁੰਨੇ ਸੁਣ, ਦਾਦੀ ਨੇ ਲੰਮਾ ਸਾਹ ਲੈਂਦਿਆਂ ਦੂਰ ਕਿਤੇ ਬੀਤੇ ਦੀ ਕਾਲਖ ਵਿੱਚ ਜਾਂਦਿਆਂ ਆਖਿਆ। ਉਹ ਇੱਕ ਪਰੀ ਸੀ। ਖੇਤਾਂ 'ਚ ਖੂਹ ਦੇ ਕੋਲ ਉਹਦਾ ਘਰ ਸੀ। ਘਰ ਦੇ ਦੁਆਲੇ ਉਹਨੇ ਬੜੇ ਸੋਹਣੇ ਫੁੱਲ ਬੂਟੇ ਉਗਾਏ ਹੋਏ ਸੀ। ਘਰ 'ਚ ਇੱਕ ਉਹ ਸੀ ਤੇ ਇੱਕ ਉਹਦਾ ਬੁੱਢਾ ਬਾਪ ਜੋ ਉਹਨੂੰ ਬੜਾ ਪਿਆਰ ਕਰਦਾ ਸੀ। ਦਾਦੀ, ਪੋਰੀ ਦੀ ਮਾਂ ਉਹਨੂੰ ਛੱਡ ਕੇ ਚਲੀ ਗਈ ਸੀ? ਨਹੀਂ ਨਹੀਂ ਮੁੰਨੇ, ਉਹਦੀ ਮਾਂ ਮਰ ਗਈ ਸੀ। ਇਸੇ ਕਰਕੇ ਪਰੀ ਆਪਣੇ ਪਿਓ ਨਾਲ ਸਾਰਾ ਕੰਮ ਕਰਾਉਂਦੀ, ਖੇਤ ਸਿੰਜਵਾਉਂਦੀ, ਪਸ਼ੂਆਂ ਨੂੰ ਪੱਠੇ ਵੱਢ ਕੇ ਪਾਉਂਦੀ, ਪਿਓ ਦੀ ਰੋਟੀ ਪਕਾਉਂਦੀ, ਘਰ ਸੰਭਾਲਦੀ। ਦਾਦੀ, ਉਹ ਮੋਤੀਆਂ ਵਾਲੀ ਪਰੀ ਨਹੀਂ ਸੀ, ਉਹ ਗਰੀਬ ਸੀ। ਹਾਂ ਪੁੱਤਰ, ਉਹ ਗਰੀਬ ਸੀ ਕਿਉਂਕਿ ਉਹਦਾ ਪਿਓ ਇੱਕ ਦਿਓ ਦਾ ਕੈਦੀ ਸੀ। ਦਿਓ ਨੇ ਉਹਨੂੰ ਥੋੜੀ ਜਿਹੀ ਜ਼ਮੀਨ ਦਿੱਤੀ ਹੋਈ ਸੀ, ਉਹ ਤੇ ਜੋ ਕੁਝ ਉਗਦਾ ਉਹ ਸਾਰਾ ਦਿਓ ਲੈ ਜਾਂਦਾ, ਬਸ ਥੋੜਾ ਜਿਹਾ ਛੱਡਦਾ, ਜਿਸ ਨਾਲ ਪਰੀ ਤੇ ਪਰੀ ਦਾ ਪਿਓ ਜਿਉਂਦੇ ਰਹਿਣ ਤੇ ਉਹਦਾ ਕੰਮ ਕਰਦੇ ਰਹਿਣ। ਪਰੀ ਦਿਓ ਨੂੰ ਮਾਰ ਦਿੰਦੀ। ਦਾਦੀ ਪੁੱਤਰਾ, ਦਿਓ ਬੜਾ ਤਕੜਾ ਸੀ, ਉਹਦੇ ਬੜੇ ਨੌਕਰ ਚਾਕਰ ਸੀ, ਉਹਦੇ ਕੋਲ ਪੈਸੇ ਸਨ, ਇਸ ਕਰਕੇ ਸਭ ਉਹਦਾ ਕਿਹਾ ਮੰਨਦੇ ਸਨ। ਧੁੱਪ 'ਚ ਕੰਮ ਕਰਦਿਆਂ ਪਰੀ ਦਾ ਮੂੰਹ ਲਾਲ ਹੋ ਜਾਂਦਾ, ਕਦੇ ਕਦੇ ਕਿਸੇ ਅਫਸਰ ਝੋਟੀ ਦੇ ਮਗਰ ਨੱਠਦਿਆਂ ਹੱਫ ਜਾਂਦੇ। ਕਦੇ ਕਦੇ ਜਦੋਂ ਕੰਮ ਕਰਦੀ ਬਹੁਤ ਥੱਕ ਜਾਂਦੀ, ਉਹ ਸੋਚਦੀ ਖੰਭਾਂ ਵਾਲੇ ਘੋੜੇ ਤੇ ਬੈਠ ਕੇ ਇੱਕ ਸ਼ਹਿਜ਼ਾਦਾ ਆਏਗਾ, ਮੈਨੂੰ ਲੈ ਜਾਏਗਾ ਆਪਣੇ ਦੇਸ਼, ਆਪਣੇ ਘਰ, ਉੱਥੇ ਬਹੁਤ ਕੰਮ ਉਹ ਆਪ ਕਰ ਲਿਆ ਕਰੇਗਾ। ਜਦੋਂ ਕਦੇ ਰੋਟੀ ਦੇਣ ਆਈ ਤਾਂ ਲਾਲ ਹੋਇਆ ਮੂੰਹ ਆਪਣੇ ਹੱਥਾਂ 'ਚ ਲੈ ਕੇ ਆਖਿਆ ਕਰੇਗਾ, ਮੇਰੀ ਰਾਣੋ ਤੂੰ ਕਾਹਤੋਂ ਔਖੀ ਹੋਈ, ਮੈਂ ਆਪ ਹੀ ਘਰ ਜਾ ਕੇ ਰੋਟੀ ਖਾ ਆਉਂਦਾ, ਫੇਰ ਬਾਪੂ ਨੂੰ ਵੀ ਲੈ ਜਾਵਾਂਗੇ। ਤੇ ਫਿਰ ਦਾਦੀ ਕੀ ਹੋਇਆ? ਇੱਕ ਦਿਨ ਪਰੀ ਨੇ ਆਪਣੇ ਖੇਤ 'ਚੋਂ ਪੱਠੇ ਵੱਢੀ, ਭਰੀ ਬੰਨੀ, ਪਰ ਚੁੱਕੀ ਨਾ ਜਾਏ। 2-3 ਵਾਰੀ ਕੋਸ਼ਿਸ਼ ਕੀਤੀ, ਭਰੀ ਮੋਢਿਆਂ ਤੀਕ ਵੀ ਨਾ ਜਾਵੇ। ਉਹ ਹੱਫ ਕੇ ਬੈਠ ਗਈ। ਇੰਨੇ ਨੂੰ ਇੱਕ ਰਾਹੀ ਉੱਧਰੋਂ ਲੰਘਿਆ। ਪਰੀ ਨੇ ਖਬਰੇ ਕਿਵੇਂ ਉਹਦੇ ਵੱਲ ਤੱਕਿਆ, ਉਹਦੇ ਕਦਮ ਹੌਲੇ ਹੋ ਗਏ। ਚੁਕਾਵਾਂ? ਉਹਨੇ ਪੱਠਿਆਂ ਵੱਲ ਇਸ਼ਾਰਾ ਕਰਕੇ ਆਖਿਆ। ਹਾਂ। ਪਰੀ ਉੱਠ ਖੜੀ ਹੋਈ। ਆਮੋ ਸਾਹਮਣੇ ਹੋ ਕੇ ਹੇਠਾਂ ਹੱਥ ਪਾ ਕੇ ਉਹਨੇ ਚਾਰੇ ਦੀ ਭਰੀ ਚੁੱਕੀ। ਜਦੋਂ ਭਰੀ ਉੱਚੀ ਚੱਕੀ, ਭਰੀ ਦੇ ਹੇਠੋਂ ਉਹਨਾਂ ਦੇ ਮੂੰਹ ਇੱਕ ਦੂਜੇ ਦੇ ਬੜਾ ਨੇੜੇ ਹੋ ਗਏ। ਪਰੀ ਸ਼ਰਮਾ ਗਈ। ਉਹਨੂੰ ਲੱਗਿਆ ਇਹੀ ਤਾਂ ਉਹ ਸ਼ਹਿਜ਼ਾਦਾ ਹੈ। ਫਿਰ ਉਹ ਕਿੰਨੀ ਵਾਰੀ ਉੱਧਰੋਂ ਲੰਘਣ ਲੱਗ ਪਿਆ, ਕਦੇ ਕਦੇ ਉਹਦੇ ਕੋਲ ਰੁਕ ਵੀ ਜਾਂਦਾ। ਉਹ ਖੁਸ਼ ਸੀ, ਬੜਾ ਖੁਸ਼। ਇੱਕ ਦਿਨ ਉਹ ਪਰੀ ਦੇ ਪਿਓ ਕੋਲ ਗਿਆ, ਪਰੀ ਨੂੰ ਉਹਦੇ ਕੋਲ ਮੰਗਿਆ। ਪਿਓ ਸਿਰ ਫੜ ਕੇ ਬੈਠ ਗਿਆ। ਤੂੰ ਨਹੀਂ ਜਾਣਦਾ, ਦਿਓ ਦੀ ਮਰਜ਼ੀ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ। ਉਹ ਬੜਾ ਡਾਢਾ, ਜੇ ਉਹਨੂੰ ਪਤਾ ਲੱਗਿਆ ਤੈਨੂੰ ਮਰਵਾ ਦੇਗਾ, ਤੂੰ ਫੇਰ ਕਦੇ ਇੱਧਰ ਨਾ ਆਈ। ਸ਼ਹਿਜ਼ਾਦਾ ਨਿੰਮੋ ਝੂਣਾ ਹੋ ਕੇ ਤੁਰ ਗਿਆ। ਪਰੀ ਸਾਰਾ ਦਿਨ ਰੋਂਦੀ ਰਹੀ। ਉਸ ਦਿਨ ਨਾ ਕਿਸੇ ਪਕਾਈਆਂ ਨਾ ਖਾਧੀਆਂ। ਸ਼ਹਿਜ਼ਾਦਾ ਜਿਨ੍ਹਾਂ ਰਾਹਾਂ ਤੋਂ ਏਡੇ ਚਾਅ ਨਾਲ ਤੁਰ ਕੇ ਆਇਆ ਸੀ, ਉਹਨਾਂ ਰਾਹਾਂ ਤੇ ਹੁਣ ਉਹਦਾ ਪੈਰ ਕਿਹੜਾ ਪੱਟਿਆ ਜਾਂਦਾ ਸੀ। ਘਰ ਜਾ ਕੇ 2 ਦਿਨ ਉਹ ਮੰਜੇ ਤੇ ਪਿਆ ਰਿਹਾ, ਨਾ ਕੁਝ ਖਾਧਾ ਨਾ ਪੀਤਾ। ਤੀਜੇ ਦਿਨ ਪਤਾ ਨਹੀਂ ਕੀ ਸੋਚ ਕੇ ਉੱਠਿਆ, ਤਿਆਰ ਹੋਇਆ, ਘੋੜੇ ਤੇ ਚੜ ਕੇ ਦਿਓ ਦੇ ਦਰਵਾਜ਼ੇ ਤੇ ਜਾ ਪਹੁੰਚਿਆ। ਕੀ ਹੈ? ਦਿਓ ਗਰਜਿਆ। ਮੈਂ ਪਰੀ ਨਾਲ ਵਿਆਹ ਕਰਵਾਉਣਾ ਚਾਹੁੰਦਾ, ਉਹਨੇ ਆਖਿਆ। ਹਾ ਹਾ ਹਾ, ਦਿਓ ਭਿਆਨਕ ਹਾਸਾ ਹੱਸਿਆ। ਉਹਦਾ ਬਾਪ ਮੇਰਾ ਕੈਦੀ ਹੈ, ਮੇਰੀ ਜ਼ਮੀਨ ਤੇ ਰਹਿੰਦਾ। ਜਦੋਂ ਉਹਦੀ ਔਰਤ ਮਰੀ, ਉਸ ਮੇਰੇ ਕੋਲੋਂ ਕਰਜ਼ ਲੈ ਕੇ ਕਿਰਿਆਵਾਰਾ ਕੀਤਾ। ਅਜੇ ਉਹ 500 ਆਪਣੇ ਵਿਆਹ ਵੇਲੇ ਦੇ ਵੀ ਉਤਾਰ ਨਹੀਂ ਸਕਿਆ ਤੇ ਵਿਆਜ ਪੈ ਕੇ ਦੂਣੇ ਹੋ ਗਏ ਹੈ। ਪਰੀ ਤੋਂ ਬਿਨਾਂ ਉਹਦੇ ਕੋਲ ਦੇਣ ਨੂੰ ਹੈ ਹੀ ਕੀ। ਮੈਂ ਉਹਦਾ ਸਾਰਾ ਕਰਜ਼ਾ ਲਾ ਦਿਆਂਗਾ। ਸ਼ਹਿਜ਼ਾਦੇ ਨੇ ਤਰਲਾ ਕੀਤਾ। ਤੂੰ ਮੇਰੇ ਨਾਲ ਟੱਕਰ ਲੈਣੀ ਚਾਹੁੰਦਾ? ਫੜ ਲਓ ਇਹਨੂੰ। ਸ਼ਹਿਜ਼ਾਦਾ ਇੱਕ ਕਮਰੇ 'ਚ ਕੈਦ ਕਰ ਦਿੱਤਾ ਗਿਆ। ਦਿਓ ਦੀ ਧੀ ਆਥਣ ਸਵੇਰੇ ਰੋਟੀ ਦੇ ਆਉਂਦੀ। 2 ਮਹੀਨਿਆਂ ਮਗਰੋਂ ਦਿਓ ਨੇ ਆਪਣੀ ਕੁੜੀ, ਜਿਸ ਹੀਰਿਆਂ ਮੋਤੀਆਂ ਦੇ ਗਹਿਣੇ ਪਾਏ ਹੋਏ ਸਨ, ਉਹਦੇ ਨਾਲ ਵਿਆਹ ਦਿੱਤੀ। ਸ਼ਹਿਜ਼ਾਦਾ ਖੁਸ਼ੀ-ਖੁਸ਼ੀ ਆਪਣੇ ਦੇਸ਼ ਪਰਤ ਗਿਆ। ਜਦੋਂ ਉਸੇ ਰਾਹ ਉੱਤੇ ਦਿਓ ਦੀ ਧੀ ਨੂੰ ਲਈ ਲੰਘਿਆ ਜਾ ਰਿਹਾ ਸੀ, ਪਰੀ ਆਪਣੇ ਖੇਤ 'ਚ ਖੜੀ ਸੀ। ਅੱਜ ਉਹ ਤੋਂ ਚਾਰੇ ਦੀ ਅੱਗੇ ਨਾਲੋਂ ਕਿਤੇ ਹੌਲੀ ਭਰੀ ਵੀ ਨਹੀਂ ਸੀ ਚੁੱਕੀ ਜਾ ਰਹੀ। ਸ਼ਹਿਜ਼ਾਦੇ ਦੀ ਨਜ਼ਰ ਉੱਤੇ ਪਈ। ਘੋੜੇ ਦੀਆਂ ਵਾਗਾਂ ਖਿੱਚੀਆਂ ਗਈਆਂ। ਉਹ ਹੇਠਾਂ ਉਤਰਿਆ, ਭਰੀ ਚੁਕਾਉਣ ਲਈ ਅੱਗੇ ਵਧਿਆ। ਉਸ ਵੇਲੇ ਦਿਓ ਦੀ ਧੀ ਨੇ
ਡੋਲੀ ਦਾ ਪਰਦਾ ਚੁੱਕ ਕੇ ਵੇਖਿਆ, ਸ਼ਹਿਜ਼ਾਦਾ ਉੱਥੇ ਹੀ ਰੁਕ ਗਿਆ, ਉੱਥੋਂ ਹੀ ਵਾਪਸ ਮੁੜ ਪਿਆ। ਛਲੀਆ, ਪਰੀ ਨੇ ਅੱਖਾਂ ਭਰ ਕੇ ਆਖਿਆ ਤੇ ਮੂੰਹ ਪੁਆ ਲਿਆ। ਦਾਦੀ, ਅੱਜ ਤੂੰ ਕਿਸੇ ਹੋਰ ਪਰੀ ਦੀ ਕਹਾਣੀ ਸੁਣਾ ਰਹੀ ਹੈ, ਪਹਿਲਾਂ ਵਾਲੀ ਪਰੀ ਦੀ ਨਹੀਂ। ਹਾਂ ਪੁੱਤਰਾ, ਹੋਰ ਪਰੀ ਦੀ, ਸੱਚੀ ਮੁੱਚੀ ਦੀ ਪਰੀ ਦੀ। ਭਾਵੇਂ ਮੁੰਨੇ ਨੂੰ ਸਾਰਾ ਕੁਝ ਸਮਝ ਨਹੀਂ ਸੀ ਆ ਰਿਹਾ। ਪਰੀ ਦਾ ਪਿਓ, ਦਿਓ ਦਾ ਕੈਦੀ, ਪਰੀ ਚਾਰਾ ਵੱਢਦੀ, ਸ਼ਹਿਜ਼ਾਦਾ ਦਿਓ ਦੀ ਧੀ ਨੂੰ ਵਿਆਹ ਕੇ ਲੈ ਗਿਆ। ਇਹ ਕਹਾਣੀ ਕੁਝ ਵੱਖਰੀ ਜਿਹੀ ਸੀ। ਫਿਰ ਵੀ ਉਹ ਸੁਣੀ ਜਾ ਰਿਹਾ ਸੀ ਤੇ ਬੋਲਿਆ, ਫਿਰ ਕੀ ਹੋਇਆ ਦਾਦੀ? ਫਿਰ ਇੱਕ ਦਿਨ ਮੁੰਨੇ ਦਿਓ ਪਰੀ ਦੇ ਘਰ ਵੱਲ ਆ ਨਿਕਲਿਆ। ਪਰੀ ਦਰਖਤ ਹੇਠਾਂ ਸੁੱਤੀ ਪਈ ਸੀ। ਦਿਓ ਦੇ ਮੂੰਹ 'ਚ ਪਾਣੀ ਆ ਗਿਆ। ਪਰ ਘਰ ਉਹਦੀ ਘਰ ਵਾਲੀ ਸੀ, 2 ਜਵਾਨ ਮੁੰਡੇ ਸੀ, ਇੱਕ ਧੀ ਸੀ। ਦਿਓ ਨੇ ਬੋਤਲ ਮੂੰਹ ਨੂੰ ਲਾ ਲਈ ਤੇ ਫਿਰ ਹੱਸ ਪਿਆ। ਪਰੀ ਡਰ ਕੇ ਉੱਠ ਖੜੋਤੀ। ਓਏ ਸੁਰਜੂ, ਤੂੰ ਇਹਦੇ ਨਾਲ ਵਿਆਹ ਕਰ ਲੈ, ਦਿਓ ਨੇ ਆਪਣੇ ਇੱਕ ਨੌਕਰ ਨੂੰ ਆਖਿਆ। ਅੱਛਾ ਹਜ਼ੂਰ, ਸੁਰਜੂ ਨੇ ਖੁਸ਼ ਹੋ ਕੇ ਆਖਿਆ। ਪਰੀ ਦੇ ਪਿਓ ਨੂੰ ਸੱਦਿਆ ਗਿਆ, ਉਹਦਾ ਕਰਜ਼ਾ ਲੈ ਗਿਆ, ਉਹਦੀ ਧੀ ਦਾ ਸਾਹਾ ਹੋ ਗਿਆ। ਜੇ ਮੈਂ ਨਾ ਕਰਦਾ ਉਹਨੇ ਜੋਰੀ ਚੱਕ ਲਿਜਾਣੀ ਸੀ। ਪਰੀ ਦੇ ਪਿਓ ਨੇ ਪਰੀ ਦੇ ਕੁਮਲਾਏ ਮੂੰਹ ਵੱਲ ਤੱਕ ਕੇ ਆਖਿਆ। ਨਿੱਤ ਆਥਣੇ ਸ਼ਰਾਬ ਨਾਲ ਰੱਜਿਆ ਦਿਓ ਸੁਰਜੂ ਦੇ ਘਰ ਆ ਵੜਦਾ ਤੇ ਨਿੱਤ ਸੁਰਜੂ ਪਿਛਲੇ ਬੂਹਿਓਂ ਬਾਹਰ ਨਿਕਲ ਜਾਂਦਾ। ਪਰੀ ਬੜਾ ਸਟਪਟਾਈ, ਬੜਾ ਰੋਈ ਕੁਰਲਾਈ ਤੇ 2 ਮਹੀਨਿਆਂ ਵਿੱਚ ਹੀ ਉਹ ਮਰਨ ਵਾਲੀ ਹੋ ਗਈ। ਸੁਰਜੂ ਆਖਦਾ, ਬਥੇਰੀਆਂ ਜਨਾਨੀਆਂ ਚਾਹੁੰਦੀਆਂ ਨੇ ਦਿਓ ਕਦੇ ਕਦੇ ਉਹਨਾਂ ਦੇ ਘਰ ਆਵੇ, ਖੁਸ਼ ਹੋ ਕੇ ਜ਼ਮੀਨ ਦੇ ਦੇਵੇ, ਟੂਮਾ ਕਰਵਾ ਦੇ। ਤੇਰੇ ਤੇ ਖਬਰੇ ਉਹਦਾ ਕਿਵੇਂ ਦਿਲ ਆ ਗਿਆ। ਪਰੀ ਸੋਚਦੀ ਏ ਕਿਹੋ ਜਿਹੀ ਦੁਨੀਆ ਹੈ, ਇਹ ਕਿਹੋ ਜਿਹੇ ਲੋਕੀ ਨੇ। ਤੇ ਕਦੇ ਕਦੇ ਸ਼ਹਿਜ਼ਾਦਾ ਉਹਨੂੰ ਬੜਾ ਯਾਦ ਆਉਂਦਾ। ਇਦੋਂ ਤਾਂ ਮੈਂ ਜੰਮਦੀ ਮਰ ਜਾਂਦੀ, ਉਹ ਸੋਚਦੀ। ਇੱਕ ਦਿਨ ਉਹਦਾ ਬਾਪ ਉਹਨੂੰ ਮਿਲਣ ਆਇਆ। ਬਾਪੂ, ਮੈਨੂੰ ਲੈ ਚੱਲ ਇੱਥੋਂ, ਆਖਦਿਆਂ ਰੋ ਪਈ। ਸੁਰਜੂ ਨੇ ਵੀ ਨਾ ਰੋਕਿਆ, ਕਿਉਂਕਿ ਅੱਜ ਕੱਲ ਉਹ ਤੋਂ ਕੰਮ ਤਾਂ ਕੋਈ ਹੁੰਦਾ ਹੀ ਨਹੀਂ ਸੀ। ਕਿੰਨੀ ਵਾਰੀ ਦਿਨ 'ਚ ਉਲਟੀਆਂ ਆ ਜਾਂਦੀਆਂ। ਪਰੀ ਆਪਣੇ ਖੇਤਾਂ 'ਚ ਆ ਕੇ ਜਿਵੇਂ ਮੁੜ ਜਿਉਂ ਪਈ। ਉਹ ਵੇਲਾਂ ਬੂਟਿਆਂ ਨਾਲ, ਡੰਗਰਾਂ ਵੱਛਿਆਂ ਨਾਲ ਗੱਲਾਂ ਕਰਦੀ ਰਹਿੰਦੀ। ਭਾਵੇਂ ਉਹਨੂੰ ਪਤਾ ਸੀ ਸ਼ਹਿਜ਼ਾਦੇ ਨੇ ਮੁੜ ਕਦੇ ਇੱਧਰੋਂ ਲੰਘਣਾ ਨਹੀਂ, ਉਹਨਾਂ ਰਾਹਾਂ ਵੱਲ ਤੱਕਦੀ ਰਹਿੰਦੀ। ਇੱਕ ਦਿਨ ਉਹ ਚੋਖੀ ਬਿਮਾਰ ਪੈ ਗਈ। ਬਾਪ ਉਹਦਾ ਹਕੀਮ ਨੂੰ ਸੱਦ ਲਿਆਇਆ। ਹਕੀਮ ਨੇ ਨਬਜ਼ ਟੋਕ ਕੇ ਆਖਿਆ, ਤਕੜੀ ਹੋ ਪੁੱਤਰੀ, ਤੇਰੀ ਜੜ ਹਰੀ ਹੋਣ ਲੱਗੀ ਹੈ, ਰੱਬ ਤੈਨੂੰ ਪੁੱਤਰ ਦੇਵੇ। ਪੁੱਤਰ? ਜੇ ਕਿਧਰੇ ਇਹਦੀਆਂ ਤੇਰੇ ਵਰਗੀਆਂ ਅੱਖਾਂ ਹੋਣ, ਮੈਂ ਮੁੜ ਮੁੜ ਇਹਨਾਂ ਵਿੱਚੋਂ ਤੱਕ ਲਿਆ ਕਰਾਂ। ਜੇ ਕਿਧਰੇ ਇਹਦੇ ਤੇਰੇ ਵਰਗੇ ਬੁੱਲ ਹੋਣ, ਮੈਂ ਉਹਨਾਂ ਨੂੰ ਚੁੰਮ ਕੇ ਜ਼ਿੰਦਗੀ ਦੀ ਸਾਰੀ ਕੁੜੱਤਣ ਭੁਲਾ ਦਿਆਂ। ਜੇ ਕਿਧਰੇ ਇਹਦੇ ਤੇਰੇ ਵਰਗੇ ਬੋਲ ਹੋਣ, ਮੈਂ ਘੁੱਟ ਕਲੇਜੇ ਲਾ ਲਿਆ ਕਰਾਂ। ਹੁਣ ਉਹਨੂੰ ਨਿੱਤ ਸ਼ਹਿਜ਼ਾਦਾ ਯਾਦ ਆਉਂਦਾ ਰਹਿੰਦਾ। ਉਹ ਸੋਚਦੀ, ਜੇ ਕਿਧਰੇ ਪੁੱਤਰ ਹੁੰਦਾ, ਜੇ ਕਿਧਰੇ ਤੇਰਾ ਪੁੱਤਰ ਹੁੰਦਾ, ਮੈਂ ਦੁਨੀਆ ਇਹਦੇ ਤੋਂ ਵਾਰ ਸੁੱਟਦੀ। ਤੇ ਫਿਰ ਇੱਕਾ-ਇੱਕ ਕੋਈ ਗਿਲਾ ਉਹਦੇ ਨਕਸ਼ਾਂ ਤੇ ਉਗੜ ਆਇਆ ਤੇ ਉਹ ਰੋ ਕੇ ਆਖਦੀ, ਛਲੀਆ, ਤੂੰ ਆਇਆ ਹੀ ਕਾਹਤੋਂ ਸੀ? ਇਹਨਾਂ ਦਿਨਾਂ 'ਚ ਦਿਓ ਬਿਮਾਰ ਪੈ ਗਿਆ ਤੇ ਇਲਾਜ ਲਈ ਕਈ ਮਹੀਨੇ ਸ਼ਹਿਰ ਹੀ ਰਿਹਾ। ਸੁਰਜੂ ਕਦੇ ਕਦੇ ਆ ਜਾਂਦਾ, ਆਖਦਾ, ਮੈਂ ਦਿਓ ਦੀ ਨੌਕਰੀ ਛੱਡ ਦਿਆਂਗਾ, ਤੈਨੂੰ ਲੈ ਕੇ ਇਸੇ ਸ਼ਹਿਰ ਚਲਿਆ ਜਾਵਾਂਗਾ, ਤੂੰ ਠੀਕ ਹੀ ਹੋ ਲੈ। ਇੱਕ ਦਿਨ ਸ਼ਰਾਬ ਪੀ ਕੇ ਸੁਰਜੂ ਕਿਸੇ ਨਾਲ ਲੜ ਪਿਆ, ਸਿਰ ਫਟ ਗਿਆ ਤੇ ਉੱਥੇ ਹੀ ਮਰ ਗਿਆ। ਪਰੀ ਉਹਦੇ ਸਿਰਹਾਣੇ ਬੈਠ ਕੇ ਬੜਾ ਹੀ ਰੋਈ। ਚੰਦਰਿਆ, ਤੂੰ ਵੀ ਮੇਰੇ ਨਾਲ ਛਲ ਕਰ ਗਿਆ, ਅਜੇ ਰਾਹੀਂ ਤੁਰ ਗਿਆ ਜਿੱਧਰੋਂ ਕਦੇ ਕੋਈ ਮੁੜ ਕੇ ਨਹੀਂ ਆਇਆ। ਪਰੀ ਤੋਂ ਹੁਣ ਕੰਮ ਨਹੀਂ ਸੀ ਹੁੰਦਾ। ਉਹਦਾ ਬਾਪ ਵੀ ਪਹਿਲਾਂ ਸਾਰਾ ਦਿਨ ਖੇਤ 'ਚ ਕੰਮ ਕਰਦਾ, ਫਿਰ ਘਰ ਆ ਕੇ ਡੰਗਰ ਸਾਂਭਦਾ, ਰੋਟੀ ਪਕਾਉਂਦਾ। ਪਰੀ ਸੋਚਦੀ, ਜੇ ਕਦੇ ਮੇਰੀ ਮਾਂ ਜਿਉਂਦੀ ਹੁੰਦੀ। ਪਰੀ ਦੇ ਘਰ ਪੁੱਤਰ ਹੋਇਆ। ਕਦੇ ਉਹਨੂੰ ਸ਼ਹਿਜ਼ਾਦੇ ਵਰਗਾ ਲੱਗਦਾ, ਉਹਨੂੰ ਛਾਤੀ ਨਾਲ ਘੁੱਟ ਲੈਂਦੀ, ਪਰ ਕਦੇ ਉਹਨੂੰ ਲੱਗਦਾ ਇਹ ਤੇ ਦਿਓ ਵਰਗਾ, ਉਹ ਪਿੱਠ ਮੋੜ ਕੇ ਪੈ ਜਾਂਦੇ। ਪਰੀ ਦਾ ਪਿਓ ਬਿਮਾਰ ਰਹਿਣ ਲੱਗ ਪਿਆ। ਧੀ ਦਾ ਦੁੱਖ ਉਹ ਤੋਂ ਵੇਖਿਆ ਨਹੀਂ ਸੀ ਜਾਂਦਾ। ਬੁੱਢੇ ਹੱਡਾਂ ਨਾਲ ਕੰਮ ਹੁਣ ਹੁੰਦਾ ਨਹੀਂ ਸੀ। ਸਹਾਰਾ ਦੇਣ ਵਾਲਾ ਕੋਈ ਡੰਡੀ ਜਿੰਨਾ ਵੀ ਨਹੀਂ ਸੀ। ਪਰੀ ਕੰਮ ਕਰਨ ਲੱਗ ਪਈ। ਉਹਦੇ ਲੱਕ 'ਚ ਚੀਸਾਂ ਪੈਂਦੀਆਂ ਰਹਿੰਦੀਆਂ। ਉਹਨੂੰ ਸਾਹ ਚੜ ਜਾਂਦਾ। ਉਹ ਹੱਫ ਕੇ ਬੈਠ ਜਾਂਦੀ। ਉਹ ਸੋਚਦੀ, ਜੇ ਕਦੀ ਸ਼ਹਿਜ਼ਾਦਾ ਮੇਰੇ ਨਾਲ ਹੁੰਦਾ। ਕੁਝ ਚਿਰ ਬਿਮਾਰ ਰਹਿ ਕੇ ਪਰੀ ਦਾ ਪਿਓ ਮਰ ਗਿਆ। ਜਦੋਂ ਉਹਦਾ ਸੇਵਾ ਬਲ ਰਿਹਾ ਸੀ, ਉਦੋਂ ਪਰੀ ਦਾ ਮਨ ਕੀਤਾ ਉਹ ਵੀ ਨਾਲ ਹੀ ਸੜ ਜਾਵੇ, ਪਰ ਉਹ ਚੁੱਪਚਾਪ ਖੜੀ ਤੱਕਦੀ ਰਹੀ। ਪਰੀ ਹੁਣ ਆਪ ਹੀ ਸਾਰਾ ਕੰਮ ਕਰਦੀ। ਕਦੇ ਕਦੇ ਕੋਈ ਗੁਆਂਢੀ ਤਰਸ ਕਰਕੇ ਉਹਦਾ ਖੇਤ ਵਾਹ ਜਾਂਦਾ, ਕੋਈ ਗੁੱਡ ਜਾਂਦਾ ਵੱਟੇ 'ਚ। ਪਰੀ ਕਿਸੇ ਦੀ ਕਪਾਹ ਚੁਣ ਦਿੰਦੀ, ਕਿਸੇ ਦਾ ਖੂਹ ਹਿੱਕ ਦਿੰਦੀ, ਕਿਸੇ ਦੀ ਜਨਾਨੀ ਨਾਲ ਘਰ ਲਿਪਾ ਦਿੰਦੀ। ਇੱਕ ਦਿਨ ਇੱਕ ਗੁਆਂਢੀ ਉਹਦੇ ਵੱਲ ਹੋਰ ਤਰ੍ਹਾਂ ਝਾਕਣ ਲੱਗ ਪਿਆ। ਪਰੀ ਹਰ ਕੇ ਪਈ ਤੇ ਘਰ ਆ ਕੇ ਰੋਣ ਲੱਗ ਪਈ। ਰਾਤ ਨੂੰ ਕੋਈ ਉਹਦੀ ਕਿਆਰੀ 'ਚੋਂ ਸਾਰੀ ਸਬਜ਼ੀ ਤੋੜ ਕੇ ਲੈ ਗਿਆ। ਬਸ ਮਾੜੇ ਮਾੜੇ ਢੂਏ ਹੀ ਰਹਿ ਗਏ।
ਸਖਣੀਆਂ ਵੇਲਾ ਉਹਨੂੰ ਆਪਣੀ ਜਿੰਦ ਵਾਂਗ ਲੱਗੀਆਂ, ਪਰ ਹੁਣ ਤੀਕ ਉਹਨੇ ਇੰਨੀਆਂ ਔਖਾਂ ਜਰ ਲਈਆਂ ਸੀ ਕਿ ਹੁਣ ਕੋਈ ਵੀ ਔਖ ਵੱਡੀ ਨਹੀਂ ਸੀ ਲੱਗਦੀ। ਪਰੀ ਦੇ ਵਾਲ ਚਾਂਦੀ ਰੰਗੇ ਹੋਣ ਲੱਗੇ, ਉਹਦੇ ਨੰਗੇ ਪੈਰਾਂ ਦੀਆਂ ਬਿਆਈਆਂ ਪਾਟ ਗਈਆਂ, ਕੰਮ ਕਰਦਿਆਂ ਹੱਥ ਖਿੰਗਰਾਂ ਵਰਗੇ ਹੋ ਗਏ ਤੇ ਉਹਦੇ ਰੂਪ ਦੀਆਂ ਕਹਾਣੀਆਂ ਉਹਦੇ ਗੰਦੇ ਕੱਪੜਿਆਂ ਹੇਠ ਦੱਬ ਕੇ ਰਹਿ ਗਈਆਂ। ਪਰ ਕਦੇ-ਕਦੇ ਉਹਦਾ ਦਿਲ ਕਰਦਾ ਮੈਂ ਮਲ-ਮਲ ਨਹਾਵਾਂ, ਸੋਹਣੇ ਕੱਪੜੇ ਪਾਵਾਂ, ਵਾਲ ਬਣਾਵਾਂ, ਫਿਰ ਕਿਧਰੋਂ ਸ਼ਹਿਜ਼ਾਦਾ ਆ ਜਾਏ। ਜਦੋਂ ਵੀ ਉਹਨੇ ਚਾਰੇ ਦੀ ਭਰੀ ਚੱਕਣੀ ਹੁੰਦੀ, ਉਹ ਕਿੰਨਾ ਚਿਰ ਸੋਚੀ ਪਈ ਰਹਿੰਦੀ। ਹੱਟੀ ਤੋਂ ਇੱਕ ਦਿਨ ਉਹ ਸੌਦਾ ਲੈਣ ਗਈ। ਬਾਣੀਏ ਨੇ ਵੱਟਾ ਘੱਟ ਪਾਇਆ ਤੇ ਬਾਕੀ ਪੈਸੇ ਮੋੜਨ ਲੱਗਿਆ। ਚੁਆਨੀ ਵੀ ਖੋਟੀ ਦੇਤੀ। ਉਹ ਵਿਅੰਗ ਨਾਲ ਮੁਸਕਰਾਈ, ਜਿਵੇਂ ਕਹਿੰਦੀ ਹੋਵੇ ਤੂੰ ਮੇਰੇ ਨਾਲ ਛਲ ਕਰ ਰਿਹਾ। ਉਸ ਛਲੀਏ ਦਾ ਛਲ ਮੈਂ ਜਰ ਲਿਆ, ਇਹ ਤਾਂ ਗੱਲਾਂ ਹੀ ਕੀ ਨੇ, ਤੇ ਚੁੱਪਚਾਪ ਸੌਦਾ ਲੈ ਕੇ ਮੁੜ ਪਈ। ਇੱਕ ਵਾਰੀ ਮੁੰਨੇ ਮੀਂਹ ਨਾ ਪਿਆ, ਪਾਣੀ ਦੀ ਤੋਟ ਆਈ, ਫਸਲਾਂ ਸੁੱਕ ਗਈਆਂ, ਡੰਗਰ ਤੜਫਣ ਲੱਗੇ, ਹਰਾਸੇ ਲੋਕੀ ਮੁੜ ਅਸਮਾਨ ਵੱਲ ਮੂੰਹ ਚੁੱਕ ਵੇਖਦੇ। ਇੱਕ ਦਿਨ ਕਿਧਰੋਂ ਘਟਾ ਚੜ੍ਹ ਆਈ, ਪਰ ਬਿਨਾਂ ਵਰੇ ਲੰਘ ਗਈ। ਤੂੰ ਵੀ ਛਲ ਕਰ ਰਿਹਾ ਛਲੀਏ, ਪਰੀ ਨੇ ਅਸਮਾਨ ਵੱਲ ਤੱਕਦਿਆਂ ਆਖਿਆ। ਇਸੇ ਤਰ੍ਹਾਂ ਮੁੰਨੇ ਕਈ ਵਰੇ ਲੰਘ ਗਏ। ਪਰੀ ਦਾ ਮੁੰਡਾ ਵੱਡਾ ਹੋ ਗਿਆ, ਹੁਣ ਉਹ ਪਰੀ ਨਾਲ ਸਾਰਾ ਕੰਮ ਕਰਵਾਉਂਦਾ। ਇੱਕ ਦਿਨ ਦਿਓ ਪਿੰਡ ਵਿੱਚ ਮੁੜ ਆਇਆ। ਪਰੀ ਦਾ ਦਿਲ ਕੀਤਾ ਆਪਣੇ ਪੁੱਤਰ ਨੂੰ ਆਖੇ ਦਿਓ ਦਾ ਗਲ ਵੱਢ ਦੇ, ਪਰ ਆਪਣੀ ਇਸ ਸੋਚ ਤੋਂ ਘਬਰਾ ਕੇ ਆਖਣ ਲੱਗੀ, ਪੁੱਤਰਾ ਕਦੇ ਕਿਸੇ ਨਾਲ ਲੜੀਦਾ ਨਹੀਂ ਹੁੰਦਾ। ਦਿਓ ਆਪਣੇ ਪਿੰਡ ਖਾਸ ਕੰਮ ਆਇਆ ਸੀ। ਉਹਨੇ ਸੁਣਿਆ ਸੀ ਲੋਕੀ ਉਹਦੀ ਜ਼ਮੀਨ ਦੱਬ ਲੈਣਗੇ, ਇਸ ਕਰਕੇ ਉਹਨੇ ਸਭਨਾਂ ਤੋਂ ਆਪਣੀ ਜ਼ਮੀਨ ਖੋਹ ਲਈ। ਪਰੀ ਬੌਂਦਲ ਗਈ। ਉਹ ਸਾਰਾ ਦਿਨ ਟੁੱਟੀ ਜੀ ਮੰਜੀ ਤੇ ਪਈ ਰਹਿੰਦੀ। ਇੱਕ ਦਿਨ ਪਰੀ ਦੇ ਮੁੰਡੇ ਨੇ ਆਖਿਆ, ਮਾਂ ਮੈਂ ਫੌਜ 'ਚ ਚਲਿਆ ਜਾਣਾ। ਪਰੀ ਦਾ ਦਿਲ ਧੜਕਿਆ। ਜਿਹੜਾ ਵੀ ਕੋਈ ਉਹਦੇ ਕੋਲੋਂ ਇੱਕ ਵਾਰੀ ਤੁਰ ਗਿਆ ਮੁੜ ਨਹੀਂ ਸੀ ਆਇਆ। ਨਾ ਸ਼ਹਿਜ਼ਾਦਾ, ਨਾ ਸੁਰਜੂ, ਨਾ ਉਹਦਾ ਪਿਓ। ਉਹ ਕਿਵੇਂ ਉਹਨੂੰ ਵੀ ਤੋੜ ਦਿੰਦੀ। ਮਾਂ ਤੂੰ ਰੋ ਨਾ, ਮੈਂ ਛੇਤੀ ਛੁੱਟੀ ਲੈ ਕੇ ਆਇਆ ਕਰੂੰਗਾ। ਮੈਂ ਤਾਂ ਅਜੇ ਤੇਰੀ ਸ਼ਗਨ ਵੀ ਨਹੀਂ ਮਨਾਏ, ਘੋੜੀ ਵੀ ਨਹੀਂ ਗਾਈ। ਮਾਂ ਮੈਂ ਬੇਲਾ ਨਾਲ ਵਿਆਹ ਕਰ ਲਵਾਂ? ਬੇਲਾ ਦਾ ਪਿਓ ਮੰਨ ਜਾਏਗਾ? ਨਹੀਂ ਤਾਂ ਮੈਂ ਉਹਨੂੰ ਲੈ ਕੇ ਨੱਠ ਜਾਵਾਂਗਾ। ਪਰੀ ਨੇ ਨੀਝ ਨਾਲ ਉਹਦੇ ਮੂੰਹ ਵੱਲ ਤੱਕਿਆ ਤੇ ਉਹਨੂੰ ਲੱਗਿਆ ਇਹ ਸੁਰਜੂ ਦਾ ਹੀ ਪੁੱਤਰ ਹੈ। ਉਹ ਡਰ ਗਈ। ਬੇਲਾ ਨਾਲ ਉਹਨੇ ਆਪਣੇ ਪੁੱਤਰ ਵਿਆਹ ਲਿਆ, ਕਿਉਂਕਿ ਜ਼ਮੀਨ ਖੁੱਸ ਜਾਣ ਕਰਕੇ ਬੇਲਾ ਦਾ ਪਿਓ ਵੀ ਬੜਾ ਔਖਾ ਸੀ ਤੇ ਹੁਣ ਬੇਲਾ ਦਾ ਬੋਝ ਤਾਂ ਉਤਰਿਆ। ਬੇਲਾ ਨੂੰ ਪਰੀ ਕੋਲ ਛੱਡ ਫੌਜ 'ਚ ਚਲਾ ਗਿਆ। ਪਰੀ ਮਿੱਟੀ ਦੇ ਖਿਡੌਣੇ ਬਣਾਉਂਦੀ, ਫਿਰ ਟੋਕਰੀ 'ਚ ਪਾ ਪਿੰਡੋਂ ਪਿੰਡ ਵੇਚਦੀ, ਤਾਂ ਕਿਤੇ ਉਹਦਾ ਤੇ ਬੇਲਾ ਦਾ ਤੋਰਾ ਤੁਰਦਾ। ਬੇਲਾ ਦਿਨ ਵੇਲੇ ਹੋਰ ਬਣਾ ਦਿੰਦੀ, ਅਗਲੇ ਦਿਨ ਪਰੀ ਫੇਰ ਵੇਚ ਆਉਂਦੀ। ਇੱਕ ਦਿਨ ਬੇਲਾ ਨੇ ਇੱਕ ਸ਼ਹਿਜ਼ਾਦਾ ਬਣਾਇਆ ਤੇ ਉਹਨੂੰ ਘੋੜੇ ਤੇ ਬਿਠਾ ਦਿੱਤਾ। ਇੱਕ ਪਰੀ ਬਣਾਤੀ, ਹੋਰ ਕਿੰਨੇ ਸਾਰੇ ਖਿਡੌਣੇ। ਉਹਨਾਂ ਸਭਨਾਂ ਨੂੰ ਪਰੀ ਜਦੋਂ ਵੇਚਣ ਗਈ ਤਾਂ ਸ਼ਹਿਜ਼ਾਦੇ ਵਾਲਾ ਖਿਡੌਣਾ ਉਹਦੇ ਕੋਲ ਵੇਚਿਆ ਨਾ ਗਿਆ। ਉਹਨੂੰ ਨਿੱਤ ਮੋੜ ਲਿਆਉਂਦੀ। ਬੇਲਾ ਨੇ ਇੱਕ ਦਿਨ ਪੁੱਛਿਆ, ਇਹ ਖਿਡੌਣਾ ਨਹੀਂ ਵਿਕਿਆ? ਪਰੀ ਰੋ ਪਈ। ਬੇਲਾ ਨੇ ਮੁੜ ਕਦੇ ਉਹ ਜਿਹਾ ਖਿਡੌਣਾ ਨਾ ਬਣਾਇਆ ਤੇ ਨਾ ਹੀ ਇਹ ਗੱਲ ਛੇੜੀ। ਮਹੀਨੇ ਮਗਰੋਂ ਪਰੀ ਦੇ ਪੁੱਤਰ ਨੇ ਪੈਸੇ ਭੇਜੇ ਤੇ ਪਰੀ ਨੇ ਬੇਲਾ ਨੂੰ ਕਿੰਨੀਆਂ ਹੀ ਚੀਜ਼ਾਂ ਲੈ ਦਿੱਤੀਆਂ। ਅੱਜ ਕੱਲ ਤੇਰਾ ਦਿਲ ਕਰਦਾ ਰਹਿੰਦਾ ਹੋਣਾ ਚੀਜ਼ਾਂ ਨੂੰ, ਆਖ ਪਰੀ ਹੱਸ ਪਈ। ਬੇਲਾ ਸ਼ਰਮਾ ਗਈ। 4 ਮਹੀਨਿਆਂ ਮਗਰੋਂ ਖੱਤ ਆ ਗਿਆ ਕਿ ਪਰੀ ਦਾ ਪੁੱਤਰ ਲਾਪਤਾ ਹੈ। ਤੂੰ ਵੀ ਛਲ ਕਰ ਗਿਆ ਛਲੀਆ। ਪਰੀ ਦੇ ਦਿਲ ਨੇ ਕੁਰਲਾ ਕੇ ਆਖਿਆ, ਇਹ ਮੇਰੀ ਬੇਲਾ ਜ਼ਿੰਦਗੀ ਭਰ ਕੀ ਕਰੇਗੀ। ਦੋਵੇਂ ਰੋ ਧੋ ਕੇ ਚੁੱਪ ਕਰ ਗਈਆਂ। 4 ਮਹੀਨਿਆਂ ਮਗਰੋਂ ਬੇਲਾ ਦੇ ਪੁੱਤਰ ਹੋਇਆ। ਪਰੀ ਨੂੰ ਲੱਗਿਆ ਉਹਦੇ ਵਾਲੀ ਹੋਣੀ ਬੇਲਾ ਨਾਲ ਵਾਪਰਦੀ ਪਈ ਹੈ। ਬੇਲਾ ਇਸ ਪੁੱਤਰ ਨੂੰ ਪਾਲੇਗੀ ਤੇ ਵੱਡਾ ਹੋ ਕੇ ਉਹਨੂੰ ਛੱਡ ਕੇ ਤੁਰ ਜਾਏਗਾ। ਪਰ ਇੱਕ ਦਿਨ ਬੇਲਾ ਆਪ ਕਿਸੇ ਨਾਲ ਤੁਰ ਗਈ। ਵਿਲਕ ਦੇ ਪੋਤਰੇ ਨੂੰ ਗਲ ਲਾ ਪਰੀ ਸੋਚਣ ਲੱਗੀ, ਚੰਦਰੀਏ ਤੂੰ ਮੈਨੂੰ ਦੱਸ ਕੇ ਚਲੀ ਜਾਂਦੀ। ਆ ਤੇਰੇ ਲੀੜੇ ਲੱਤੇ ਤੇ ਟੂਮਾ ਮੇਰੇ ਕਿਸ ਕੰਮ? ਇਹ ਤਾਂ ਮੈਂ ਦੇ ਛੱਡਦੀ। ਮੈਂ ਰੋਕ ਥੋੜਾ ਲੈਣਾ ਸੀ। ਤੂੰ ਛਲ ਕਾਦੇ ਲਈ ਕੀਤਾ? ਪਰੀ ਪੋਤਰੇ ਨੂੰ ਪਾਲਦੀ ਰਹੀ। ਖਿਡੌਣੇ ਵੇਚਣ ਵੇਲੇ ਉਹਨੂੰ ਨਾਲ ਲਈ ਫਿਰਦੀ। 8-9 ਸਾਲ ਦਾ ਹੋ ਗਿਆ। ਉਹਦਾ ਮੂੰਹ ਉਹਨੂੰ ਸ਼ਹਿਜ਼ਾਦੇ ਵਰਗਾ ਲੱਗਦਾ ਸੀ। ਇਸੇ ਕਰਕੇ ਉਸ ਨਿੱਕੇ ਜਿਹੇ ਪੋਤਰੇ ਨਾਲ ਪਰੀ ਉਹਦੀ ਦਾਦੀ ਕਦੇ ਵੱਡੀਆਂ ਗੱਲਾਂ ਕਰਨ ਲੱਗ ਪੈਂਦੀ। ਇੱਕ ਦਿਨ ਪਰੀ ਨੇ ਪੋਤਰੇ ਨੂੰ ਆਖਿਆ, ਦੁੱਧ ਪੀ ਲੈ। ਉਹ ਖਾਲੀ ਗਲਾਸ ਮੂੰਹ ਨੂੰ ਲਾ ਕੇ ਬੈਠ ਗਿਆ, ਜਿਵੇਂ ਦੁੱਧ ਪੀ ਰਿਹਾ ਹੋਵੇ। ਪਰੀ ਨੇ ਜਦੋਂ ਨੇੜੇ ਹੋ ਕੇ ਵੇਖਿਆ ਤੇ ਹੱਸ ਪਈ। ਛੱਲੀਆ ਮਾਰਾ ਇੱਕ, ਉਹ ਬੋਲੀ। ਸਾਰਾ ਦਿਨ ਉਹ ਉਦਾਸ ਰਹੀ। ਅੱਜ ਫਿਰ ਮੁੜ ਉਹਨੂੰ ਸ਼ਹਿਜ਼ਾਦਾ ਯਾਦ ਆ ਰਿਹਾ ਸੀ। ਬੜੀ ਥੱਕ ਗਈ ਸੀ, ਆਥਣ ਹੋ ਚੱਲੀ ਸੀ, ਹਨੇਰਾ ਉਤਰ ਰਿਹਾ ਸੀ ਤੇ ਜ਼ਿੰਦਗੀ ਦੇ ਹਨੇਰੇ ਵਿੱਚੋਂ ਉਹਨੂੰ ਆਪਣੀ ਮਾਂ ਦਾ ਮੂੰਹ ਦਿਸਿਆ, ਆਪਣੇ ਪਿਓ ਦਾ ਝੋਲਾ ਪਿਆ। ਸੁਰਜੂ ਦੀ ਆਵਾਜ਼ ਸੁਣੀ। ਫੌਜੀ ਪੁੱਤ ਨੇ ਹਾਕ ਮਾਰੀ। ਬੇਲਾ ਜਾਂਦੀ ਦਿਸੀ ਤੇ ਉਹ ਸਿਰ ਫੜ ਕੇ ਬੈਠ ਗਈ। ਸ਼ਾਇਦ ਉਹਨੂੰ ਚੱਕਰ ਆ ਰਹੇ ਸਨ। ਤੂੰ ਸੁਣ ਰਿਹਾ ਨਾ ਮੁੰਨੇ,
ਮੁੰਡੇ ਨੇ ਕੋਈ ਹੁੰਗਾਰਾ ਨਾ ਭਰਿਆ। ਉਹ ਤੇ ਚਿਰੋਕਣਾ ਸੌਂ ਚੁੱਕਿਆ ਸੀ। ਜੇ ਪਰੀ ਦੀ ਕਹਾਣੀ ਸੁਣਨੀ ਨਹੀਂ ਸੀ ਤਾਂ ਸੁਣਾਉਣ ਲਈ ਕਿਉਂ ਆਖ ਰਿਹਾ ਸੀ ਛਲੀਆ? ਆਖੋ ਨੇ ਅੱਖਾਂ ਪੂੰਝੀਆਂ ਤੇ ਖਿਡੌਣਿਆਂ ਵਾਲਾ ਖਾਰਾ ਸਾਹਮਣੇ ਰੱਖ ਮੁੰਨੇ ਦੇ ਕੋਲ ਪੁੰਜਈ ਲੀੜਾ ਵਿਛਾ ਕੇ ਪੈ ਗਈ। ਧੰਨਵਾਦ।